ਉਂਝ ਜਿੱਥੇ तक ਮੈਨੂੰ पता है कि साडा जद्दी पिंड जिहड़ा पिंड बजूहा खुर्द ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਹੈ, ਜੰਡਿਆਲੇ ਦੇ ਕੋਲ। ਉੱਥੇ ਮੇਰਾ ਜਨਮ ਹੋਇਆ ਅਤੇ ਤਕਰੀਬਨ 80 ਦੇ ਵਿੱਚ ਅਸੀਂ ਉੱਥੋਂ ਫਲੋਰ ਆ ਗਏ। ਲੇਕਿਨ ਜੋ ਮੈਨੂੰ ਪਤਾ ਲੱਗਿਆ ਮੇਰੇ ਪਿਤਾ ਜੀ ਤੋਂ ਜਾਂ ਮੇਰੀ ਮਾਤਾ ਜੀ ਤੋਂ ਕਿ ਸਾਡਾ ਜਿਹੜਾ ਪਰਿਵਾਰ ਆ ਪਹਿਲਾਂ ਉਹ ਬਾਹਰ 'ਚੋਂ ਆਇਆ ਸੀ, ਅਤੇ ਜਦੋਂ ਬਾਹਰ 'ਚੋਂ ਆਏ ਪਾਕਿਸਤਾਨ 'ਚੋਂ ਤਾਂ ਉਹਨਾਂ ਨੇ ਪਹਿਲਾਂ ਡੇਰੇ ਲਾਏ ਕਰਤਾਰਪੁਰ ਤੋਂ ਫਿਰ ਬਾਅਦ 'ਚ ਉਹ ਪਿੰਡ ਬਜੂਹਾ ਆ ਗਿਆ। ਅਤੇ ਮੈਨੂੰ ਲੱਗਦਾ ਰਹਿੰਦਾ ਕਿ ਇਹ ਜਿਹੜੀ ਹਿਜਰਤ ਆ ਨਾ ਜਾਂ ਪਲੈਨਿੰਗ ਆ, ਇਹ ਮੇਰੇ ਖੂਨ ਦੇ ਵਿੱਚ ਹੀ ਸ਼ਾਮਿਲ ਆ। ਜਿਵੇਂ ਸਾਡੇ ਦਾਦੇ ਪੜਦਾਦੇ ਪਾਕਿਸਤਾਨ ਤੋਂ ਕਰਤਾਰਪੁਰ ਤੋਂ ਬਜੂਹਾ ਤੋਂ ਫਿਰ ਮੈਂ ਚੱਲ ਕੇ ਫਲੋਰ ਆ ਗਿਆ। ਫਲੋਰ ਤੋਂ ਅਸੀਂ ਹੁੰਦਾ ਸਿੰਗਾਪੁਰ ਤੋਂ ਦੁਬਈ ਤੋਂ ਅੱਜ ਕੱਲ੍ਹ ਬੰਗਾ, ਕੁਝ ਪਤਾ ਨਹੀਂ ਅੱਗੇ ਕਿੱਥੇ ਜਾਣਾ। ਇਹ ਜਿਹੜੀ ਹਿਜਰਤ ਹੈ ਜਿਵੇਂ ਖੂਨ ਗਰਦਿਸ਼ ਕਰ ਰਿਹਾ, ਇਵੇਂ ਨਾਲ ਹਿਜਰਤ ਗਰਦਿਸ਼ ਕਰ ਰਹੀ ਹੈ। ਪਿਤਾ ਜੀ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਗੁਰਬਖਸ਼ ਕੌਰ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਉਤਸ਼ਾਹਿਤ ਹੀ ਕੀਤਾ ਕਿ ਮੈਂ ਜੋ ਜ਼ਿੰਦਗੀ 'ਚ ਕਰਨਾ ਚਾਹੁੰਦਾ ਜਾਂ ਜਿਵੇਂ ਕਰਨਾ ਚਾਹੁੰਦਾ ਉਹਦੇ ਵਿੱਚ ਉਹਨਾਂ ਨੇ ਕਦੇ ਕੋਈ ਕਿਹਾ ਨਹੀਂ ਕਿ ਇੰਝ ਨਹੀਂ ਇੰਝ ਕਰ। ਹਾਂ, ਇੱਕ ਵਾਰ ਦੀ ਗੱਲ ਹੈ ਕਿ ਮੇਰੇ ਪਿਤਾ ਜੀ ਨੇ ਇੱਕ ਵਾਰ ਮੈਨੂੰ ਕਿਹਾ ਸੀ ਕਿ ਗਜ਼ਲਾਂ 'ਤੇ ਸਮਝ ਆਇਆ ਨਾ ਕਰ, ਕਿਉਂਕਿ ਉਹਨੂੰ ਜਦੋਂ ਉਹਨਾਂ ਨੇ ਹਾਲਾਤ ਦੇਖੇ ਕਿ ਇਹ ਜਾਂਦਾ ਹੀ ਰਹਿੰਦਾ, ਹਰ ਹਫ਼ਤੇ ਜਾਂਦਾ, ਲੇਕਿਨ ਹੱਥ ਪੱਲੇ ਕੁਝ ਨਹੀਂ ਪੈਂਦਾ ਹੈਗਾ, ਆਉਂਦਾ ਜਾਂਦਾ ਤਾਂ ਕੁਛ ਨਹੀਂ ਹੈਗਾ, ਅਤੇ ਵੀ ਕੰਮ ਕਰਿਆ ਕਰ, ਇਹ ਗਜ਼ਲਾਂ ਨੇ ਤੈਨੂੰ ਕੁਛ ਨਹੀਂ ਦੇਣਾ ਹੈ। ਉਹ ਗੱਲ ਵੀ ਮੈਂ ਪੱਲੇ ਬੰਨ੍ਹ ਲਈ ਸੀ। ਅਤੇ ਤਕਰੀਬਨ 11 ਸਾਲ ਜਦੋਂ ਮੈਂ ਦੁਬਈ ਰਹਿੰਦਾ ਸੀ ਤਾਂ ਨਾ ਕੁਝ ਪੜ੍ਹਿਆ ਅਤੇ ਨਾ ਕੁਝ ਲਿਖਿਆ। ਉਹਨਾਂ ਦਿਨਾਂ ਦੇ ਵਿੱਚ 11 ਸਾਲ ਪਿਤਾ ਜੀ ਦੀ ਗੱਲ ਪੱਲੇ ਬੰਨ੍ਹ ਕੇ ਮੈਂ ਸਿਰਫ ਕਮਾਇਆ ਹੀ ਕਿ ਮੇਰਾ ਬਾਪੂ ਆਖਦਾ ਕੁਝ ਖੱਟ ਕਮਾ, ਗਜ਼ਲਾਂ 'ਤੇ ਸਮਝ ਆਇਆ ਨਾ ਕਰ। ਉਹ ਗੱਲ ਇਹੋ ਜਿਹੀ ਘਰ ਗਈ ਮਨ ਦੇ ਵਿੱਚ ਕਿ ਜਦੋਂ ਮੈਂ ਪ੍ਰਵਾਸ ਵਿੱਚ ਸੀਗਾ ਅਤੇ ਤਕਰੀਬਨ 11 ਸਾਲ ਸਾਹਿਤ ਨਾਲੋਂ, ਸਾਹਿਤਕ ਦੋਸਤਾਂ ਨਾਲੋਂ, ਸਾਰਿਆਂ ਨਾਲੋਂ ਕੱਟ ਆਫ ਹੋ ਗਿਆ ਸੀਗਾ। ਅਤੇ ਹਿਜਰਤ ਜਿਹੜੀ ਉਹ ਚੱਲਦੀ ਰਹੀ ਹੈ। ਮਸਲਨ ਉੱਥੋਂ ਫਿਰ ਜਦੋਂ ਵਾਪਸ ਇੱਥੇ ਆਏ ਹਾਂ, ਫਿਰ ਵੀ ਘਰ ਜਿੱਦਾਂ ਕਹਿੰਦੇ ਪੈਰ ਚੱਕਰ ਹੁੰਦਾ ਨਾ ਕਿਸੇ ਬੰਦੇ ਦੇ, ਉਹ ਮੈਨੂੰ ਲੱਗਦਾ ਮੇਰੇ ਪੈਰ ਚੱਕਰ ਆ ਅਤੇ ਮੈਂ ਕਿਤੇ ਇੱਕ ਜਗ੍ਹਾ ਟਿਕਦਾ ਨਹੀਂ ਕਿਸੇ ਵੀ ਜਗ੍ਹਾ 'ਤੇ। ਅਤੇ ਅੱਜ ਕੱਲ੍ਹ ਇੱਥੇ ਬੰਗੇ ਰਹੇ ਨੇ, ਮੈਨੂੰ ਲੱਗਦਾ ਨਹੀਂ ਕਿ ਮੈਂ ਬਹੁਤ ਦੇਰ ਇੱਥੇ ਰੁਕਾਂਗਾ, ਕਿਉਂਕਿ ਜਿਹੜੀ ਹਿਜਰਤ ਉਹ ਮੈਨੂੰ ਬੁਲਾ ਰਹੀ ਹੈ ਕਿ ਹਾਂ ਤੈਂ ਬੈਠਣਾ ਨਹੀਂ ਕਿਤੇ ਵੀ, ਇੱਕ ਜਗ੍ਹਾ ਤੇਰਾ ਬੈਠਣ ਦਾ ਕੰਮ ਨਹੀਂ ਹੈਗਾ, ਤੈਂ ਘੁੰਮਣਾ ਆ, ਤੈਂ ਹਿਜਰਤ ਕਰਨੀ ਹੈ, ਤੈਂ ਆਵਾਰਗੀ ਜਿਹੜੀ ਤੇਰੇ ਖੂਨ ਦੇ ਵਿੱਚ ਸ਼ਾਮਿਲ ਹੈ। ਆਵਾਰਗੀ ਉਸ ਤਰ੍ਹਾਂ ਦੀ ਆਵਾਰਗੀ ਨਹੀਂ ਕਿ ਆਵਾਰਾ ਹੋ ਗਿਆ, ਮਸਲਨ ਕਿ ਇੱਕ ਆਵਾਰਗੀ ਕਿ ਇੱਕ ਜਗ੍ਹਾ ਨਹੀਂ ਰਹਿਣਾ ਹੈ। ਜਿਵੇਂ ਹਵਾ ਨਹੀਂ ਟਿਕਦੀ ਹੈ, ਜਿਵੇਂ ਮੌਸਮ ਨਹੀਂ ਟਿਕਦੇ, ਜਿਵੇਂ ਸਾਹ ਨਹੀਂ ਰੁਕਦਾ, ਜੇ ਸਾਹ ਰੁਕ ਗਿਆ ਤਾਂ ਗੱਲ ਖਤਮ ਹੈ। ਇਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਜਦੋਂ ਮੇਰੀ ਆਵਾਰਗੀ, ਜਦੋਂ ਮੇਰੀ ਹਿਜਰਤ ਰੁਕ ਗਈ ਤਾਂ ਮੈਂ ਖਤਮ ਹੈ ਉੱਥੇ। ਉਂਝ ਦੇਖਿਆ ਜਾਵੇ ਪਰਿਵਾਰ ਦੇ ਵਿੱਚ ਪਿਤਾ ਜੀ ਨੂੰ ਲਿਖਣ ਦਾ ਬਹੁਤ ਸ਼ੌਕ ਰਿਹਾ। ਪਹਿਲਾਂ ਧਾਰਮਿਕ ਕਵਿਤਾਵਾਂ ਲਿਖਦੇ ਹੁੰਦੇ ਸੀ ਜਿਹੜੀਆਂ ਮੈਂ ਪੜ੍ਹੀਆਂ, ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਅਤੇ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਵਰਗਾ ਕੁਝ ਲਿਖਾਂ। ਮਾਮਾ ਜੀ ਨੂੰ ਵੀ ਥੋੜ੍ਹਾ ਬਹੁਤ ਸ਼ੌਕ ਸੀਗਾ, ਲੇਕਿਨ ਇਸ ਪੱਧਰ ਦਾ ਨਹੀਂ ਸੀ ਕਿ ਮੈਂ ਕਹਿ ਸਕਾਂ ਕਿ ਕੋਈ ਉਹਨਾਂ ਦਾ ਮੁਕਾਮ ਉਹਨਾਂ ਨੇ ਹਾਸਲ ਕਰ ਲਿਆ ਸੀਗਾ ਸਾਹਿਤ ਖੇਤਰ ਦੇ ਵਿੱਚ। ਜਿਵੇਂ ਆਮ ਆਪਾਂ ਲਿਖਦੇ ਹੁੰਦੇ ਸੀਗੇ ਕਿ ਤਰਜ਼ਾਂ ਦੇ ਉੱਤੇ ਗੀਤ ਲਿਖਣੇ, ਇਹ ਉਹ ਉਸ ਤਰ੍ਹਾਂ ਦਾ ਸੀਗਾ। ਅਤੇ ਛੋਟਾ ਭਾਈ ਆ ਹਰਮੇਸ਼ ਜਿੱਦੀ ਉਹਦਾ ਨਾਮ ਹੈ, ਉਹ ਵੀ ਗੀਤਕਾਰੀ ਕਰਦਾ ਆ। ਯਾਨੀ ਕਿ ਘਰ ਦੇ ਵਿੱਚ ਥੋੜ੍ਹਾ ਸਾਹਿਤਕ ਮਾਹੌਲ ਜ਼ਰੂਰ ਸੀਗਾ, ਇੰਨਾ ਨਹੀਂ ਕਹਿ ਸਕਦੇ ਹਾਂ ਕਿ ਜਿਵੇਂ ਇੱਕ ਬੀਜ ਹੁੰਦਾ, ਪੁੰਗਾਰਾ ਹੁੰਦਾ ਹਲਕਾ ਜਿਹਾ, ਇਸ ਤਰੀਕੇ ਦਾ ਸਾਹਿਤਕ ਮਾਹੌਲ ਸੀਗਾ। 2 ਭੈਣਾਂ ਨੇ, ਇੱਕ ਵੱਡੀ ਇੱਕ ਛੋਟੀ ਹੈ। ਜਾਣੀ ਹੁਣ ਤਕਰੀਬਨ ਸਾਰਾ ਕੁਝ ਸੈੱਟ ਹੈ ਆਪਣੇ ਘਰ। ਅਤੇ ਜਿਵੇਂ ਜੇ ਆਪਾਂ ਗੱਲ ਕਰੀਏ ਘਰ ਦੀ ਆਰਥਿਕਤਾ ਦੀ, ਤਾਂ ਘਰ ਦੀ ਆਰਥਿਕਤਾ ਕੁਝ ਹੱਦ ਤੱਕ ਠੀਕ ਸੀ, ਬਟ ਇੰਨੀ ਵੀ ਨਹੀਂ ਸੀ ਕਿ ਜਿਵੇਂ ਕਿ ਆਪਾਂ ਕਹਿ ਦਈਏ ਕਿ ਬਹੁਤ ਐਸ਼ ਪ੍ਰਸਤੀ ਵਾਲਾ ਜੀਵਨ ਸੀ। ਅਤੇ ਉਹਦੇ ਚਲਦਿਆਂ ਇਸ ਤਰ੍ਹਾਂ ਹੋਇਆ ਕਿ ਮੈਨੂੰ ਪੜ੍ਹਾਈ ਵਿੱਚ ਹੀ ਛੱਡ ਕੇ ਫਿਰ ਦੁਬਈ ਜਾਣਾ ਪਿਆ ਕੰਮਕਾਰ ਦੇ ਸਿਲਸਿਲੇ ਵਿੱਚ। ਅਤੇ ਤਕਰੀਬਨ 24-25 ਸਾਲ ਮੈਂ ਦੁਬਈ ਜਿਹੜਾ ਕੰਮਕਾਰ ਕੀਤਾ ਆ। ਅਤੇ ਅੱਜ ਕੁਝ ਠੀਕ ਹੈ, ਬੈਠੇ ਹਾਂ
पिछले 2 सालों तो जिवें कि चल रहा कि बेरोज़गारी का माहौल है, उहदे अनुसार बेरोज़गार तो हैगे आ पर बेकार नहीं हैगे। जे देखी जाए समाजिक तौर पर तो मैनूं लगता रहिंदा कि मैं अपने पिता जी का ही परछावां है। मैं उन्हां तो बहुत कुछ ग्रहण किया कि समाज दे विच किवें चलना है, समाज दे नाल किवें मिल के चलना है, जां किवें समाज की भलाई लई काम कीते जा सकदे आ जां परिवारिक भलाई लई काम कीते जा सकदे ने। वो मैं अपने पिता जी तो सारा कुछ सीखिया ते उन्हां नूं मैं हुण भी उन्हां दी राय लैना जद भी कोई मैनूं लगदा कि मैं इस विषय दे उत्ते किते अड़ रिहा ਜਾਂ ਮੈਨੂੰ ਕਿਤੇ ਕਿਸੇ ਦੀ ਰਾਏ ਦੀ ਜ਼ਰੂਰਤ ਆ ਤਾਂ ਮੈਂ ਆਪਣੇ ਪਿਤਾ ਜੀ ਕੋਲੋਂ ਜ਼ਰੂਰ ਪੁੱਛਦਾ, ਕਿਉਂਕਿ ਉਹਨਾਂ ਦਾ ਕਾਫੀ ਲੰਬਾ ਸੰਘਰਸ਼ ਰਿਹਾ। ਉਹਨਾਂ ਨੇ ਵੀ ਬਹੁਤ ਸਾਲ ਵਿਦੇਸ਼ ਦੇ ਵਿੱਚ ਗੁਜ਼ਾਰੇ, ਬਹੁਤ ਉਹਨਾਂ ਨੇ ਸਾਡੇ ਲਈ ਮਿਹਨਤ ਕੀਤੀ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਾਹਿਤਕ ਦੀ, ਸਾਹਿਤ ਦੇ ਵਿੱਚ ਕੀ ਹੈ, ਜਦੋਂ ਮੈਂ ਆਲੇ ਦੁਆਲੇ ਸਮਾਜ ਦੇ ਵਿੱਚ ਦੇਖਿਆ ਕਿ ਸਮਾਜ ਵਿੱਚ ਵਾਪਰ ਕੀ ਰਿਹਾ ਆ, ਸਮਾਜ ਦੇ ਜਿਸ ਹਿੱਸੇ 'ਚੋਂ ਮੈਂ ਆਇਆ, ਜੋ ਉਸ ਸਮਾਜ ਦੇ ਨਾਲ ਜੋ ਕੁਝ ਹੋ ਰਿਹਾ ਸੀਗਾ, ਤਾਂ ਉਸ ਚੀਜ਼ ਨੇ ਮੈਨੂੰ ਕਾਫੀ ਝੰਜੋੜਿਆ ਅੰਦਰ ਤੱਕ। ਤੇ ਇਸ ਲਈ ਉਹ ਜਿਹੜੀ ਸਾਹਿਤਕ ਮੇਰੇ 'ਚ ਸੀਗੀ ਇੱਕ ਚਿਣਗ ਸੀਗੀ, ਉਸ ਚਿਣਗ ਨੂੰ ਮੈਂ ਸਮਾਜਿਕ ਸਰੋਕਾਰਾਂ ਵਾਲੇ ਪਾਸੇ ਹੀ ਲਗਾਇਆ, ਨਾ ਕਿ ਕੋਈ ਰੋਮਾਂਟਿਕ ਜਾਂ ਕੁਝ ਹੋਰ ਇਹੋ ਜਿਹਾ। ਉਹਦੇ ਲਈ ਮੇਰੇ ਉਸਤਾਦ ਸਾਹਿਬ ਜਨਾਬ ਚਾਨਣ ਗੋਬਿੰਦਪੁਰੀ ਸਾਹਿਬ, ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ। ਗੁਰਦਿਆਲ ਰੋਸ਼ਨ ਸਾਹਿਬ ਨਾਲ ਬੈਠਣਾ ਉੱਠਣਾ ਸੀਗਾ, ਜਿੱਥੇ ਮਿਲਦੇ ਹੁੰਦੇ ਸੀ ਉਹਨਾਂ ਕੋਲ ਪੁੱਛਦੇ ਰਹਿਣਾ। ਉਹਨਾਂ ਨੇ ਬਹੁਤ ਸਮਝਾਇਆ ਇੰਜ ਨਹੀਂ ਇੰਜ ਕਰੀਦਾ ਹੁੰਦਾ। ਕਈ ਗੱਲਾਂ ਜਿਹੜੀਆਂ ਸਾਨੂੰ ਨਹੀਂ ਪਤਾ ਹੈਗਾ, ਸਾਡੇ ਪੁਰਾਣੇ ਉਸਤਾਦ ਲੋਕ ਜਿਹੜੇ ਸ਼ਾਇਰ ਲੋਕ ਨੇ ਉਹ ਜਾਣਦੇ ਨੇ, ਜਾਂ ਕੁਝ ਲੋਕ ਮੇਰੇ ਆਲੇ ਦੁਆਲੇ ਇਹੋ ਜਿਹੇ ਮਿੱਤਰ ਮੰਡਲੀ ਵੀ ਸੀਗੀ ਜਿਹੜੀ ਕਾਫੀ ਸੂਝਵਾਨ ਵੀ ਸੀ, ਜਿਹੜੀ ਕਹਿ ਸਕਦੀ ਸੀ ਕਿ ਇੰਜ ਨਹੀਂ, ਜੇ ਆਪਾਂ ਇੰਜ ਕਰ ਲਈਏ ਤਾਂ ਵਧੀਆ ਲੱਗੇਗਾ, ਜੇ ਆਪਾਂ ਆਹ ਰਾਹ ਛੱਡ ਕੇ ਜਾਂ ਆਹ ਰਾਹ ਇਖਤਿਆਰ ਕਰੀਏ ਤਾਂ ਇਹ ਰਾਹ ਜਿਹੜਾ ਆ ਸਮਾਜਿਕ ਭਲਾਈ ਜਾਂ ਤੁਹਾਡੀ ਆਪਣੀ ਭਲਾਈ ਲਈ ਵੀ ਹੈ। ਮਸਲਨ ਤੁਸੀਂ ਕਿਸੇ ਮੰਨ ਲਓ, ਮੈਂ ਉਸ ਜ਼ਮਾਨੇ ਦੇ ਵਿੱਚ ਜਦੋਂ ਮੈਂ ਨਵਾਂ ਲਿਖਣਾ ਸ਼ੁਰੂ ਕੀਤਾ ਸੀ, ਮੈਨੂੰ ਜੇ ਕੁਝ ਕਮਰਸ਼ੀਅਲ ਕਿਸਮ ਦੇ ਲੋਕ ਟੱਕਰ ਜਾਂਦੇ ਤਾਂ ਹੋ ਸਕਦਾ ਕਿ ਅੱਜ ਮੈਂ ਕੁਝ ਹੋਰ ਲਿਖਦਾ ਹੁੰਦਾ। ਲੇਕਿਨ ਜਦੋਂ ਮੇਰਾ ਵਾਹ ਵਾਸਤਾ ਸਮਾਜ ਦੇ ਚੰਗੇ ਲੋਕਾਂ ਨਾਲ ਪਿਆ, ਸਾਡੇ ਸਕੂਲ ਦੇ ਵਿੱਚ ਮਾਸਟਰ ਅਵਤਾਰ ਸਿੰਘ ਦੀਵਾਨਾ ਜੀ ਪੜ੍ਹਾਉਂਦੇ ਹੁੰਦੇ ਸਨ। ਉਹ ਖੁਦ ਬਹੁਤ ਵਧੀਆ ਰਾਈਟਰ ਸੀਗੇ, ਕਵੀ ਸੀਗੇ, ਤੇ ਉਹਨਾਂ ਨੇ ਵੀ ਮੈਨੂੰ ਇਹੀ ਸਮਝਾਇਆ ਕਿ ਇਹ ਜਿਹੜੀਆਂ ਗੱਲਾਂ 2-4 ਦਿਨਾਂ ਦੀਆਂ ਪ੍ਰਾਹੁਣੀਆਂ ਹੁੰਦੀਆਂ, ਜਿਹੜੀਆਂ ਬਾਕੀ ਗੱਲਾਂ ਤੁਸੀਂ ਕਰਦੇ ਹੋ, ਪੋਇਟਰੀ ਜਿਹੜੀ ਰੋਮਾਂਟਿਕ ਹੋ ਗਈ, ਪਿਆਰ ਮੁਹੱਬਤ, ਜਾਂ ਜੇ ਵੀ ਪਿਆਰ ਮੁਹੱਬਤ ਜ਼ਰੂਰੀ ਆਪਣੀ ਜਗ੍ਹਾ, ਲੇਕਿਨ ਅਸੀਂ ਸਮਾਜ ਨੂੰ ਕੀ ਸੇਧ ਦੇ ਰਹੇ ਹਾਂ ਉਹ ਆਪਣੀ ਜਗ੍ਹਾ। ਉਹ ਸਭ ਤੋਂ ਮਹੱਤਵਪੂਰਨ ਉਹ ਚੀਜ਼ ਹੈ ਕਿ ਅਸੀਂ ਸਮਾਜ ਲਈ ਕੀ ਕੀਤਾ ਜਾਂ ਅਸੀਂ ਸਮਾਜ ਤੋਂ ਕੀ ਗ੍ਰਹਿਣ ਕੀਤਾ। ਸਮਾਜ ਤੋਂ ਗੰਦਗੀ ਬਹੁਤ ਆ। ਜੇ ਹੁਣ ਮੈਂ ਗੰਦਗੀ ਦੇ ਉੱਤੋਂ ਹੀ ਚੱਕਣ ਲੱਗ ਪਵਾਂ, ਗੰਦਗੀ ਜਾਣੀ ਦਿਖਾਣੀ ਹੀ ਸ਼ੁਰੂ ਕਰ ਦੇਵਾਂ, ਸਾਫ਼ ਕਰਨੇ ਦੀ ਬਜਾਏ, ਮੇਰਾ ਇਹ ਕਹਿਣਾ ਆ ਕਿ ਮੰਨਣਾ ਆ ਕਿ ਜੇ ਮੈਂ ਗੰਦਗੀ ਸਾਫ਼ ਨਹੀਂ ਕਰ ਸਕਦਾ, ਘੱਟੋ ਘੱਟ ਗੰਦਗੀ ਨਾ ਪਾਵਾਂ। ਖੁਦ ਜਦੋਂ ਮੇਰੀ ਸ਼ੁਰੂਆਤ ਜਿਹੜੀ ਲਿਖਣ ਦੀ ਹੋਈ ਸੀ, ਮੈਂ ਮਿੰਨੀ ਕਹਾਣੀ, ਨਿੱਕੀ ਕਹਾਣੀ ਯਾਨੀ ਵਾਰਤਕ ਤੋਂ ਜਾਂ ਜਿਹੜੀ ਖੁੱਲ੍ਹੀ ਕਵਿਤਾ ਉਹਦੇ ਤੋਂ ਸ਼ੁਰੂ ਕੀਤਾ ਸੀ ਜਦੋਂ ਮੈਂ ਇੱਥੇ ਸਾਂ ਇੰਡੀਆ ਦੇ ਵਿੱਚ। ਫਿਰ ਜਦੋਂ ਸਕੂਲ ਦੇ ਵਿੱਚ ਅਵਤਾਰ ਸਿੰਘ ਦੀਵਾਨਾ ਜੀ ਨੇ ਸਮਝਾਇਆ ਕਿ ਗਜ਼ਲ ਲਿਖਣੀ ਆ ਤਾਂ ਤੈਨੂੰ ਉਰਦੂ ਆਉਣੀ ਜ਼ਰੂਰੀ ਆ, ਕਿਉਂਕਿ ਜੇ ਤੈਨੂੰ ਉਰਦੂ ਆਉਂਦੀ ਹੋਗੀ ਤੂੰ ਉਹਦੇ ਰੂਟਸ ਤੱਕ ਜਾ ਸਕਦਾ, ਗਜ਼ਲ ਦੇ ਵਿਧਾਨ ਦੇ ਰੂਟਸ ਤੱਕ ਜਾ ਸਕਦਾ, ਉਹਦੀਆਂ ਜੜ੍ਹਾਂ ਤੱਕ ਪਹੁੰਚ ਸਕਦਾ, ਤਾਂ ਐਨ ਅੱਛੇ ਤਰੀਕੇ ਨਾਲ ਤੈਨੂੰ ਪਤਾ ਲੱਗ ਸਕਦਾ ਕਿ ਗਜ਼ਲ ਹੈ ਕੀ ਚੀਜ਼ ਹੈ। ਤਾਂ ਉਹਦੇ ਲਈ ਮੈਂ ਇੱਕ ਵਾਰ ਮੌਲਵੀ ਸਾਹਿਬ ਕੋਲ ਗਿਆ। ਮੌਲਵੀ ਸਾਹਿਬ ਨੇ ਇੱਕ ਦਿਨ ਦੇ ਵਿੱਚ ਮੈਨੂੰ ਕਾਫੀ ਭੰਬਲ ਭੂਸਾ ਜਿਹਾ ਪਾ ਦਿੱਤਾ ਅਤੇ ਉਹ ਮੈਨੂੰ ਪਸੰਦ ਨਹੀਂ ਆਇਆ। ਮੈਂ ਮੌਲਵੀ ਸਾਹਿਬ ਨੂੰ ਸਲਾਮ ਕਰਕੇ ਮੈਂ ਕਿਹਾ ਵੀ ਮੈਂ ਨਹੀਂ ਸਿੱਖਣੀ ਹੈਗੀ। ਫਿਰ ਮੈਂ ਕੁਝ ਆਪ ਕਿਤਾਬਾਂ ਲਿਆਇਆ, ਉਹਦੇ ਰਾਹੀਂ ਮੈਂ ਉਰਦੂ ਸਿੱਖੀ। ਫਿਰ ਜੋ ਸਬੱਬ ਬਣਿਆ ਕਿ ਵਿਦੇਸ਼ ਜਾਣ ਦਾ, ਉੱਥੇ ਅਰਬ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ, ਜਿਵੇਂ ਉਰਦੂ ਦੇ ਬਹੁਤ ਵਧੀਆ ਸ਼ਾਇਰਾਂ ਦੇ ਨਾਲ ਬਹਿਣ ਉੱਠਣ ਹੋਇਆ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਪਿਛਲੇ ਦਿਨੀ ਫੌਤ ਹੋ ਗਏ ਸ਼ਾਇਰ ਸ਼ਫੀਕ ਸਲੀਮੀ ਸਾਹਿਬ ਮੁਹਤਰਮ, ਬਹੁਤ ਵਧੀਆ ਸ਼ਾਇਰ ਨੇ, ਹਿਜਰਤ ਦਾ ਸ਼ਾਇਰ ਕਹਿੰਦੇ ਨੇ ਉਹਨਾਂ ਨੂੰ। ਇਸਲਾਮ ਅਜਮੀ ਸਾਹਿਬ ਨਾਵਲਿਸਟ ਨੇ, ਉਰਦੂ ਦੇ ਬਿਹਤਰੀਨ ਸ਼ਾਇਰ ਨੇ। ਹੋਰ ਇਸ ਤੋਂ ਇਲਾਵਾ ਮੇਰੇ ਮਿੱਤਰ ਨੇ ਕਈ ਬਹੁਤ ਸਾਰੇ ਵਧੀਆ ਸ਼ਾਇਰ ਜਿਹੜੇ, ਉਹਨਾਂ ਨਾਲ ਮੁਸ਼ਾਇਰੇ ਵੀ ਪੜ੍ਹੇ ਉੱਥੇ, ਅਤੇ ਉਹਨਾਂ ਕੋਲੋਂ ਸਿੱਖਣ ਦਾ ਮੌਕਾ ਵੀ ਮਿਲਿਆ, ਕਿਉਂਕਿ ਇਹ ਜਿਵੇਂ ਮਾਦਰੀ ਜ਼ੁਬਾਨ ਨਹੀਂ ਮੇਰੀ, ਨਾ ਉਰਦੂ ਨਾ ਫਾਰਸੀ ਨਾ ਅਰਬੀ, ਮੇਰੀ ਭਾਸ਼ਾ ਜਿਹੜੀ ਪੰਜਾਬੀ ਜ਼ੁਬਾਨ ਆ। ਅਤੇ ਜਦੋਂ ਤੁਸੀਂ ਦੂਸਰੀ ਜ਼ੁਬਾਨ ਦੇ ਵਿੱਚ ਕਹਿੰਦੇ ਵੀ ਹੋ ਤਾਂ ਥੋੜ੍ਹਾ ਓਪਰਾ ਤਾਂ ਲੱਗਦਾ ਆ, ਲੇਕਿਨ ਉਸ ਓਪਰੇਪਨ ਨੂੰ ਦੂਰ ਕਰਨ ਦੇ ਵਿੱਚ ਉਸ ਵੇਲੇ ਸਹਾਈ ਹੁੰਦਾ ਜਦੋਂ ਤੁਸੀਂ ਉਸ ਮਾਹੌਲ ਦੇ ਵਿੱਚ ਰਹਿੰਦੇ ਹੋ, ਉਸ ਮਾਹੌਲ ਦੇ ਵਿੱਚ ਵਿਚਰਦੇ ਹੋ, ਉਸ ਮਾਹੌਲ ਦੇ ਲੋਕਾਂ ਨਾਲ ਤੁਸੀਂ ਵਿਚਾਰ ਵਟਾਂਦਰੇ ਕਰਦੇ ਹੋ, ਤਾਂ ਤੁਹਾਨੂੰ ਉਹ ਜਿਹੜੀ ਉਹਦਾ ਰੂਟਸ ਤੱਕ ਜਾਣ ਦਾ ਮੌਕਾ ਮਿਲਦਾ, ਜੜ੍ਹ ਤੱਕ ਜਾਣ ਦਾ ਮੌਕਾ ਮਿਲਦਾ। ਤਾਂ ਬਹੁਤ ਸਾਰੇ ਮਿੱਤਰ ਨੇ ਜਿਨ੍ਹਾਂ ਨੇ ਇਹਦੇ ਵਿੱਚ ਮੈਨੂੰ ਉਤਸ਼ਾਹਿਤ ਕੀਤਾ। ਮਸਲਨ ਜਦੋਂ ਮੈਂ ਇੱਥੇ ਇੰਡੀਆ ਵੀ ਆਉਂਦਾ ਹੁੰਦਾ ਸੀ, ਉਲਫਤ ਬਾਜਵਾ ਸਾਹਿਬ ਨਾਲ ਗੱਲਾਂ ਬਾਤਾਂ ਹੋਣੀਆਂ, ਤਾਂ ਉਹਨਾਂ ਨੇ ਕਹਿਣਾ, ਗਾਫਿਲ ਜੋ ਤੂੰ ਸਿੱਖ ਲਿਆ ਨਾ, ਇੱਥੇ ਦੇ ਸ਼ਾਇਰ 50 ਸਾਲਾਂ 'ਚ ਨਹੀਂ ਸਿੱਖ ਸਕਦੇ ਹੈਗੇ।
तो वो चंगा लगता सी जो एप्रीशिएट होंदा बंदा कोई तुहानूं उत्साहित करता है, तो मैनूं बहुत चंगा लगदा कि एक एडे वड्डे उस्ताद शायर तुहानूं उत्साहित कर रहे हैं कि जो तू सीख रहा वो वधिया कर रहे हैं। अरबी फारसी जरूरी आ, क्योंकि जो अजकल हो रहा वो तुहानूं भी पता है कि मक्खी तो मक्खी वज रही है, जो पुरानियां किताबां नूं चक के कीता जा रहा, रीसाइकलिंग हो रही है एक किस्म की, तो वो नहीं होने का चांस है कि जे मैनूं हुण उहदी ओरिजिनल पता होएगा कि इहदा मतलब की है, तो मैं उस चीज़ तो बचिया रहांगा। तो बहुत सारे इहो ਜਿਹੇ मित्र भी मिले ਜਿਹੜੇ ਕਹਿੰਦੇ ਸੀ ਕਿਹੜੇ ਚੱਕਰਾਂ 'ਚ ਪਿਆ ਆਇਆ ਤੂੰ, ਆਰਾਮ ਨਾਲ ਗੀਤ ਲਿਖਿਆ ਕਰ, 4 ਪੈਸੇ ਕਮਾ ਤੇ ਆਰਾਮ ਨਾਲ ਬੈਠਿਆ, ਪਰ ਮੈਂ ਉਸ ਪਾਸੇ ਨਹੀਂ ਗਿਆ। ਜਿਵੇਂ ਮੈਂ ਕਿਹਾ ਕਿ ਮੱਖੀ ਤੇ ਮੱਖੀ ਮਾਰੀ ਜਾ ਰਹੇ ਨੇ ਲੋਕ, ਮਸਲਨ ਅਸੀਂ ਰੀਸਾਈਕਲ ਹੀ ਕਰੀ ਜਾ ਰਹੇ ਹਾਂ ਗਜ਼ਲ ਨੂੰ, ਪੁਰਾਣੀਆਂ ਕਈਆਂ ਹੋਈਆਂ ਗੱਲਾਂ ਨੂੰ ਅਸੀਂ ਜੇ ਉਂਝੀ ਦੁਹਰਾਉਣਾ ਆ, ਫਿਰ ਅਸੀਂ ਕੀ ਲਿਖ ਰਹੇ ਹਾਂ, ਕੁਝ ਵੀ ਨਹੀਂ ਹੈ। ਜੇ ਅਸੀਂ ਉਹਦੇ 'ਚ ਕੁਝ ਆਪਣਾ ਨਹੀਂ ਪਾਉਂਦੇ ਹੈਗੇ, ਮਸਲਨ ਅਸੀਂ ਸਿੱਖਦੇ ਨਹੀਂ ਹੈਗੇ। ਪਹਿਲੀ ਗੱਲ ਤਾਂ ਇਹ ਕਿ ਸਾਨੂੰ ਪਤਾ ਨਹੀਂ ਕਿ ਗਜ਼ਲ ਹੈ ਕੀ ਹੈ, ਗਜ਼ਲ ਕੀ ਹੈ, ਗਜ਼ਲ ਦਾ ਵਿਧਾਨ ਕੀ ਹੈ, ਗਜ਼ਲ ਦੀ ਆਤਮਾ ਨੂੰ ਨਹੀਂ ਸਮਝਿਆ ਸਾਂ। ਅਸੀਂ ਸਿਰਫ ਇਹ ਸੋਚ ਲਿਆ ਕਿ 2 ਲਾਈਨਾਂ ਲਿਖਣੀਆਂ, ਸ਼ੇਰ ਬਣ ਜਾਣਾ ਆ, ਇੱਦਾਂ ਦੀਆਂ 2-2 4 ਲਾਈਨਾਂ ਲਿਖ ਕੇ 7-8 ਸ਼ੇਰ ਲਿਖ ਦਿਓ ਅਤੇ ਗਜ਼ਲ ਬਣ ਗਈ ਜੀ। ਗਜ਼ਲ ਜਿਹੜੀ ਉਹਦੇ 'ਚ ਗਜ਼ਲੀਅਤ ਜਿਹੜੀ ਆ, ਇਸ਼ਾਰੇ ਨਾਲ ਗੱਲ ਕਹਿਣ ਦਾ ਮਤਲਬ ਆ, ਉਹਦੇ 'ਚ ਜੇ ਤੁਸੀਂ ਪੂਰੀ ਗੱਲ ਕਲੀਅਰ ਹੀ ਕਰ ਦੇਣੀ ਆ ਜਾਂ ਤੁਸੀਂ ਉਹਨੂੰ ਬੁਝਾਰਤ ਹੀ ਬਣਾ ਦੇਣਾ, ਦੋਨਾਂ ਚੀਜ਼ਾਂ ਤੋਂ ਬਚਣਾ ਹੈ। ਨਾ ਤਾਂ ਗੱਲ ਇੰਨੀ ਸਪਾਟ ਬਿਆਨੀ ਹੋਣੀ ਚਾਹੀਦੀ ਉਹਦੇ ਵਿੱਚ ਕਿ ਉਹ ਲੱਗੇ ਕਿ ਇਹ ਕੀ ਕਿਹਾ ਹੋਵੇ, ਤਾਂ ਕੁਝ ਵੀ ਨਹੀਂ, ਤਾਂ ਨੋਰਮਲ ਜੀ ਗੱਲ ਆ, ਅਤੇ ਨਾ ਇੰਨੀ ਉਹ ਡੂੰਘੀ ਹੋਣੀ ਚਾਹੀਦੀ ਆ ਕਿ ਉਹਨੂੰ ਲੱਭਣ ਲਈ ਤੁਹਾਨੂੰ ਡਿਕਸ਼ਨਰੀਆਂ ਚੱਕਣੀਆਂ ਪੈਣ। ਇੱਕ ਉਰਦੂ ਦਾ ਸ਼ੇਰ ਮੈਨੂੰ ਯਾਦ ਆ ਗਿਆ ਕਿ ਮਗਜ਼ ਕੋ ਬਾਗ ਮੇਂ ਜਾਣੇ ਨਾ ਦੇਣਾ ਕਿ ਨਾਹਕ ਖੂਨ ਪਰਵਾਨੇ ਕਾ ਹੋਗਾ। ਇਹ ਸ਼ੇਰ ਜੇ ਦੇਖਿਆ ਜਾਵੇ, ਮਗਜ਼ ਕੋ ਬਾਗ ਮੇਂ ਜਾਣਾ, ਮੱਖੀ ਨੂੰ ਬਾਗ 'ਚ ਨਾ ਜਾਣ ਦਿਓ, ਸ਼ਹਿਦ ਦੀ ਮੱਖੀ ਨੂੰ, ਕਿ ਬੇਕਾਰ ਦੇ ਵਿੱਚ ਪਰਵਾਨਾ ਮਾਰਿਆ ਜਾਊਗਾ। ਲੇਕਿਨ ਇਹਦੇ ਪਿੱਛੇ ਇੱਕ ਇੰਨੀ ਡੂੰਘੀ ਕਹਾਣੀ ਆ ਕਿ ਉਹ ਜਾਏਗੀ ਮੱਖੀ, ਉੱਥੋਂ ਸ਼ਹਿਦ ਲੈ ਕੇ ਆਏਗੀ, ਛੱਤਾ ਜਮ੍ਹਾਂ ਕਰੇਗੀ, ਉਹਦਾ ਜਦੋਂ ਸ਼ਹਿਦ ਚੋਲਿਆ ਜਾਏਗਾ, ਉਹਦੇ ਜਿਹੜੇ ਛੱਤੇ ਦਾ ਬਾਅਦ 'ਚ ਮੋਮ ਤੋਂ ਸ਼ਮਾ ਬਣੂਗੀ, ਸ਼ਮਾ ਜਲੂਗੀ ਤਾਂ ਪਰਵਾਨਾ ਆਊਗਾ ਤਾਂ ਸੜ ਜਾਊਗਾ। ਕਿੱਡੀ ਵੱਡੀ ਇੱਕ ਕਹਾਣੀ ਹੈ ਇਹਦੇ ਪਿੱਛੇ। ਲੇਕਿਨ ਜੇ ਆਮ ਜੇ ਬੰਦੇ ਨੂੰ ਸਮਝ ਨਹੀਂ ਆਉਣੀ ਹੈਗੀ, ਉਹ ਇੱਕ ਬੁਝਾਰਤ ਬਣ ਗਈ। ਇੱਥੇ ਸਿੱਧੇ ਸਿੱਧੇ ਹੋ ਕੇ ਜੇ ਹੁਣ ਬਹਿਰ ਪਮਾਈ ਹੋ ਰਹੀ ਆ, ਖੁਰਲੇ ਕਿੰਗਰੇ ਖਾਂਬਰਾ, ਹਾਂਜੀ ਲੱਲੀਆਂ ਉੜ ਮੁੜ ਲਾਂਬੜਾ, ਕੁਝ ਵੀ ਕਹੀ ਜਾਂਦੇ ਆ, ਜਾਣੀ ਕਿ ਕਾਫੀਏ ਮਿਲਾਈ ਜਾਂਦੇ ਆ, ਬਹਿਰ ਆਉਂਦੀ ਆ, ਗੱਲ ਖਤਮ। ਲੇਕਿਨ ਉਹ 'ਚ ਹੈ ਕੀ, ਕੁਝ ਵੀ ਨਹੀਂ। ਕੁਝ ਲੋਕਾਂ ਨੇ ਕੀ ਸੋਚਿਆ ਹੈ ਕਿ ਚਮਤਕਾਰੀ ਸ਼ੇਰ ਕਹਿਣੇ ਆ ਜੀ, ਚਮਤਕਾਰੀ ਸ਼ੇਰ ਇੱਦਾਂ ਕਹਿਣੇ ਆ ਕਿ ਜਿਵੇਂ DNA ਟੈਸਟ ਕਰਨਾ ਹੁੰਦਾ, ਤਾਂ ਸਾਡੇ ਵੱਡੇ ਵੱਡੇ ਸ਼ਾਇਰਾਂ ਨੇ ਕਈ ਇਹੋ ਜਿਹੇ ਟੈਸਟ ਕੀਤੇ ਆ ਕਿ ਹੰਝੂ ਜਦੋਂ ਟੈਸਟ ਕਰਕੇ ਦੱਸ ਦੇਣੇ ਕਿ ਕਿਹਦੇ ਲਈ ਰੋਇਆ ਸੀਗਾ। ਉਹ ਕਿਵੇਂ ਟੈਸਟ ਹੁੰਦਾ ਆ, ਕਿਹਦੇ ਲਈ ਰੋਇਆ ਨਹੀਂ ਟੈਸਟ ਕੀਤਾ ਜਾ ਸਕਦਾ, ਕੌਣ ਰੋਇਆ, ਕਿਹਦੇ ਹੰਝੂ, ਉਹ ਤਾਂ ਟੈਸਟ ਹੋ ਸਕਦੇ ਆ। ਇਸ ਤਰੀਕੇ ਦੀ ਜਿਹੜੀਆਂ ਕਈ ਵਾਰ ਬੇਤੁਕੀਆਂ ਜਿਹੜੀਆਂ ਗੱਲਾਂ ਹੋ ਜਾਂਦੀਆਂ, ਉਹਨਾਂ ਚੀਜ਼ਾਂ ਨੇ ਵੀ ਪੰਜਾਬੀ ਗਜ਼ਲ ਨੂੰ ਨੁਕਸਾਨ ਹੀ ਪਹੁੰਚਾਇਆ ਕਿ ਜਿਹੜੀਆਂ ਨਹੀਂ ਸਮਝ ਆਉਣ ਵਾਲੀਆਂ ਗੱਲਾਂ। ਬਾਕੀ ਇੱਥੇ ਬਹੁਤ ਸਾਰੇ ਉਸਤਾਦ ਸ਼ਾਇਰ ਲਿਖ ਰਹੇ ਨੇ, ਠੀਕ ਹੈ, ਨਵੇਂ ਮੁੰਡੇ ਵੀ ਲਿਖ ਰਹੇ। ਨਵਿਆਂ ਦੀ ਕੋਸ਼ਿਸ਼ ਇਹ ਹੈ ਕਿ ਉਹ ਸਾਫ਼ ਹੀ ਕਹਿ ਦੇਣ ਕਿ ਸਾਨੂੰ ਵਹਿਰ ਬਾਰੇ ਨਹੀਂ ਪਤਾ ਹੈਗਾ, ਅਸੀਂ ਵਹਿਰ ਤੋਂ ਕੀ ਲੈਣਾ, ਅਸੀਂ ਤਾਂ ਸਿਰਫ ਖਿਆਲ ਦੇ ਉੱਤੇ। ਔਰ ਖਿਆਲ ਵੀ ਕੀ ਹੁੰਦੇ, ਖਿਆਲ ਵੀ ਕਹੇ ਹੁੰਦੇ ਪਹਿਲਾਂ। ਉਹ ਕੁਝ ਮੈਂ ਦੇਖਿਆ ਕਿ ਸਾਹਮਣੇ ਕਿਤਾਬਾਂ ਰੱਖ ਕੇ ਵੀ ਵਹਿਰ 'ਚ ਕਰ ਲੈਂਦੇ ਦੂਸਰੇ ਦੀ ਗਜ਼ਲ ਨੂੰ, ਨਵੀਂ ਵਹਿਰ ਦੇ ਵਿੱਚ ਕਰਦੇ ਵੀ ਦੇਖੇ ਮੈਂ। ਕਈ ਇੱਥੇ ਅਸੈਂਬਲਡ ਗਜ਼ਲਾਂ ਵੀ ਲਿਖੀਆਂ ਜਾ ਰਹੀਆਂ ਕਿ 6-6 7-7 ਜਣਿਆਂ ਦਾ ਗਰੁੱਪ ਰਲ ਕੇ ਇੱਕ ਗਜ਼ਲ ਲਿਖ ਰਿਹਾ ਆ। ਇਹਨੂੰ ਮੈਂ ਅਸੈਂਬਲ ਗਜ਼ਲ ਕਹਿੰਦਾ ਕਿ ਜਿਵੇਂ ਅਸੀਂ ਕੋਈ ਕੰਪਿਊਟਰ ਆ, ਇੱਕ ਪੁਰਜਾ ਇੱਥੋਂ ਲਿਆਂਦਾ, ਇੱਕ ਪੁਰਜਾ ਉੱਥੋਂ ਲਿਆਂਦਾ, ਅਸੈਂਬਲ ਕਰ ਲਿਆ। ਬਹੁਤ ਕੁਝ ਹੋ ਰਿਹਾ ਇਸ ਵੇਲੇ ਪੰਜਾਬੀ ਗਜ਼ਲ ਦੇ ਵਿੱਚ। ਲੇਕਿਨ ਕਈ ਵਾਰ ਕੁਝ ਲੋਕ ਹੈਗੇ ਇਹੋ ਜਿਹੇ ਜਿਨ੍ਹਾਂ ਦਾ ਪੜ੍ਹੋ ਤਾਂ ਲੱਗਦਾ ਕਿ ਗਜ਼ਲ ਅਜੇ ਵੀ ਜ਼ਿੰਦਾ ਹੈ ਔਰ ਇਹਦੇ ਹੋਰ ਲੰਬਾ ਸਮਾਂ ਜੀਣ ਦੇ ਆਸਾਰ ਹੈਗੇ ਆ। ਰਵਾਇਤੀ ਗਜ਼ਲ ਜਿਹੜੀ ਹੈ ਨਾ, ਆਪਾਂ ਇਹ ਮੰਨ ਕੇ ਚੱਲਣਾ ਪਊਗਾ ਕਿ ਉਹ ਰਸੀਲੀ ਗਜ਼ਲ ਆ, ਗਾਈ ਜਾਣ ਯੋਗ ਆ। ਕਵਿਤਾ ਗਜ਼ਲ ਜਾਂ ਕੋਈ ਵੀ ਵਿਧਾ ਜਿਹੜੀ ਆ, ਜਿਹੜੀ ਪ੍ਰਗੀਤਕ ਆ, ਉਹ ਗਾਉਣ ਨਾਲ ਸੰਬੰਧ ਰੱਖਦੀ ਆ। ਤੁਸੀਂ ਮੈਨੂੰ ਇਹ ਦੱਸ ਦਿਓ ਕਿ ਕਿਹੜੀ ਜਦੀਦ ਗਜ਼ਲ ਗਾਈ ਗਈ? ਕੋਈ ਜਦੀਦ ਗਜ਼ਲ ਨਹੀਂ ਗਾਈ ਗਈ। ਅੱਜ ਵੀ ਉਰਦੂ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ ਅਤੇ ਪੰਜਾਬੀ ਵਿੱਚ ਵੀ ਇਹੀ ਹੋ ਰਿਹਾ। ਜਿਹੜੀਆਂ ਕਲਾਸਿਕ ਗਜ਼ਲਾਂ ਉਹ ਲੋਕਾਂ ਦੇ ਨੇੜੇ ਤੇੜੇ ਆ, ਕਿਉਂਕਿ ਉਹ ਬਿਹਾਰ ਦੇ ਵਿੱਚੋਂ ਉਪਜੀਆਂ ਔਰ ਉਹ ਸਾਡੇ ਆਲੇ ਦੁਆਲੇ ਦੀਆਂ ਗੱਲਾਂ ਹੈਗੀਆਂ। ਲੇਕਿਨ ਜਦੀਦ ਗਜ਼ਲ ਵਿੱਚ ਸਭ ਕੁਝ ਹੈ, ਲੇਕਿਨ ਉਹਦੀ ਜਿਹੜੀ ਸ਼ਬਦਾਵਲੀ ਇੰਨੀ ਰੁੱਖੀ ਹੋ ਗਈ ਆ,
ਇੰਨੀ ਰੁੱਖੀ ਹੋ ਗਈ ਸ਼ਬਦਾਵਲੀ। ਉਹਦੇ 'ਚ ਨਾ ਅਸੀਂ ਜਿਹੜੀਆਂ ਕਹਿ ਸਕਦੇ ਹਾਂ ਆਲੋਚਨਾ ਦੀਆਂ ਕਿਤਾਬਾਂ ਵਾਲੀ ਸ਼ਬਦਾਵਲੀ ਆਉਣ ਲੱਗ ਪਈ ਆ, ਕਿਉਂਕਿ ਕੁਝ ਆਲੋਚਕ ਕਿਸਮ ਦੇ ਲੋਕ ਵੀ ਗਜ਼ਲ ਲਿਖ ਰਹੇ ਆ ਇਸ ਵੇਲੇ। ਉਹ ਜਿਹੜੀ ਰੂਡਨੈਸ, ਜਿਹੜੀ ਉਹਦੇ 'ਚ ਡਰਾਈਨੈਸ ਆਉਣ ਦੇ ਕਰਕੇ ਉਹ ਗਜ਼ਲ ਜਿਹੜੀ ਜਦੀਦ ਗਜ਼ਲ ਆਪਣਾ ਮੁਕਾਮ ਨਹੀਂ ਬਣਾ ਸਕੀ, ਉਹ ਲੋਕਾਂ ਦੇ ਇੰਨਾ ਨੇੜੇ ਨਹੀਂ ਆ ਸਕੀ। ਕਿਉਂਕਿ ਜੇ ਹੁਣ ਤੁਸੀਂ ਇੱਕ ਖੁਸ਼ਕ ਚੀਜ਼ ਹੀ ਸੁਣਨੀ ਕਿਸੇ ਸਰੋਤੇ ਨੇ, ਅਸੀਂ ਕਿਤੇ ਬੈਠੇ ਅਸੀਂ ਕੁਝ ਸੁਣਨਾ ਚਾਹੁੰਦੇ ਹਾਂ ਤਾਂ ਅਸੀਂ ਕੀ ਸੁਣਾਂਗੇ? ਅਸੀਂ ਪੌਪ ਨਹੀਂ ਸੁਣਾਂਗੇ, ਅਸੀਂ ਰੌਕ ਨਹੀਂ ਸੁਣਾਂਗੇ, ਅਸੀਂ ਆਰਾਮ ਦੇ ਲਈ ਅਸੀਂ ਕਲਾਸੀਕਲ ਮਿਊਜ਼ਿਕ ਸੁਣਾਂਗੇ, ਸੈਮੀ ਕਲਾਸੀਕਲ ਸੁਣਾਂਗੇ, ਗੀਤ ਸੁਣਾਂਗੇ, ਵੱਧ ਤੋਂ ਵੱਧ ਯਾਨੀ ਥੋੜ੍ਹਾ ਹਲਕੇ ਟਰੀਟਮੈਂਟ ਵਾਲਾ ਸੁਣ ਲਵਾਂਗੇ। ਲੇਕਿਨ ਇਹ ਨਹੀਂ ਕਿ ਅਸੀਂ ਰੌਕ ਸੁਣਨ ਲਗਵਾਂ ਆਪਣੇ ਰੈਸਟ ਵਾਸਤੇ। ਉਹ ਤਾਂ ਰੈਸਟਲੈਸ ਕਰਦੀਆਂ ਚੀਜ਼ਾਂ। ਜੇ ਹੁਣ ਇੱਕ ਬੰਦਾ ਪਹਿਲਾਂ ਹੀ ਪਰੇਸ਼ਾਨ ਬੈਠਾ ਆ, ਪਹਿਲਾਂ ਹੀ ਉਸ ਕਹਿ ਰਿਹਾ ਵੀ ਮੇਰੀ ਜ਼ਿੰਦਗੀ ਜਿਹੜੀ ਬੜੀ ਵੀਰਾਨ ਹੋਈ ਪਈ ਹੈ, ਇਹ ਆ ਉਹ, ਅਤੇ ਜੇ ਉਹ ਗਜ਼ਲ ਪੜ੍ਹੂਗਾ ਤਾਂ ਕਿਹੜੀ ਪੜ੍ਹੂਗਾ? ਉਹੋ ਜਿਹੀ ਪੜ੍ਹੂਗਾ ਕਿ ਉਹਨੂੰ ਸਕੂਨ ਮਿਲੇ, ਜਿਹੜੀ ਉਹਦੇ ਬਿਲਕੁਲ ਨੇੜੇ ਦੀ ਹੋਵੇ। ਹੁਣ ਚੱਕ ਕੇ ਉਹਨੂੰ ਤੁਸੀਂ ਪਾ ਦਿਓ ਉਹਦੇ 'ਚ ਵਿਵਸਥਾ, ਇਹ ਉਹ, ਇੱਦਾਂ ਦੇ ਕਈ ਜਿਹੜੇ ਹੈ ਹੀ ਨਹੀਂ ਗਜ਼ਲ ਦੇ ਸ਼ਬਦ, ਮਸਲਨ ਜਿਹੜੇ ਜਿਨ੍ਹਾਂ 'ਚ ਇੰਨੀ ਕਹਿ ਸਕਦੇ ਹਾਂ ਕਿ ਬੇਰੁਖੀ ਆ ਜਾਂ ਰੁੱਖਾਪਨ ਆ ਉਹਦੇ 'ਚ ਗਜ਼ਲ ਤੋਂ। ਉਹਦੇ ਕਰਕੇ ਜਿਹੜੀ ਜਦੀਦ ਗਜ਼ਲ ਆ ਉਹ ਲੋਕਾਂ 'ਚ ਪ੍ਰਵਾਨਿਤ ਨਹੀਂ ਹੈਗੀ। ਨਹੀਂ, ਹਾਂ ਕੁਝ ਗਰੁੱਪ ਬਣੇ ਆ ਜਿਹੜੇ ਕਹਿ ਰਹੇ ਕਿ ਆਹੀ ਜਿਹੜੇ 2-4 ਸ਼ਾਇਰ ਜਿਹੜੇ ਗਜ਼ਲ ਕਹਿ ਰਹੇ ਆ, ਇਹੀ ਜੀ ਸਾਡੀ ਗਜ਼ਲ ਆ। ਇਸ ਤੋਂ ਇਲਾਵਾ ਜਿਹੜੇ ਪਹਿਲੇ ਲਿਖਦੇ ਸੀਗੇ ਉਹ ਕੁਛ ਨਹੀਂ ਲਿਖਿਆ ਉਹਨਾਂ ਨੇ, ਜਿਹੜੇ ਹੁਣ ਲਿਖਦੇ ਆ ਇਹਨਾਂ ਤੋਂ ਇਲਾਵਾ 2-4 ਬੰਦਿਆਂ ਤੋਂ ਇਲਾਵਾ ਉਹ ਕੁਛ ਨਹੀਂ ਲਿਖਦੇ ਹੈਗੇ। ਮੈਨੂੰ ਇਹੋ ਜਿਹਾ ਇੱਕ ਹੋਇਆ ਤਜਰਬਾ ਹੋਇਆ ਕਿਸੇ ਮਿੱਤਰ ਦੇ, ਯਾਰ ਤੁਸੀਂ ਉਹ ਲਿਖੀ ਜਾਂਦੇ ਪੁਰਾਣੀਆਂ ਗੱਲਾਂ ਜਾਂ ਤੁਹਾਡੀ ਗਜ਼ਲ ਦੇ ਵਿੱਚ ਕੁਝ ਜਦੀਦੀਅਤ ਤਾਂ ਹੈ ਨਹੀਂ ਗੀ। ਜਦੀਦੀਅਤ ਸਮਝਦੇ ਕਿਹਨੂੰ? ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਅੱਜ ਤੱਕ। ਜਦੀਦੀਅਤ ਹੈ ਕੀ ਆ? ਨਵਾਂਪਨ ਕੀ ਆ? ਨਵਾਂਪਨ ਬਿਲਕੁਲ ਹੈ ਨਹੀਂ ਗਾ। ਨਵੇਂਪਨ ਦੀ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਕਿ ਅੱਜ ਜਿਹੜਾ ਸਾਡਾ ਕਹਿ ਸਕਦੇ ਹਾਂ ਮਨੁੱਖੀ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ, ਪਹਿਲੇ ਲੋਕ ਵੀ ਸੋਚਦੇ ਸੀਗੇ, ਸਾਰੇ ਸੋਚਦੇ, ਸਾਰਿਆਂ ਨੇ ਲਿਖਿਆ, ਗ੍ਰੰਥ ਲਿਖੇ ਗਏ ਆ, ਵੇਦ ਲਿਖੇ ਗਏ, ਸਭ ਕੁਝ ਕਿਹਾ ਜਾ ਚੁੱਕਾ, ਸਾਰਾ ਕੁਝ ਕਿਹਾ ਜਾ ਚੁੱਕਾ। ਕੀ ਹੈ? ਸਿਰਫ ਕੁਝ ਸ਼ਬਦ ਅਸੀਂ ਜੇ ਕਹਿ ਦਈਏ ਕਿ ਜਿਵੇਂ ਹੁਣ ਆਪਾਂ ਕੈਮਰਾ ਆ ਗਿਆ, ਸ਼ਬਦ ਕੈਮਰਾ ਆ ਗਿਆ, ਇਸੇ ਤਰੀਕੇ ਨਾਲ ਸ਼ਬਦ ਨਵੇਂ ਆ ਗਏ, ਮਾਡਰਨ ਅੰਗਰੇਜ਼ੀ ਦੇ ਸ਼ਬਦ ਅਸੀਂ ਬੋਲਣ ਲੱਗ ਪਏ ਹਾਂ। ਕੀ ਉਹਨਾਂ ਨੂੰ ਇਸਤੇਮਾਲ ਕਰਨਾ ਹੀ ਜਦੀਦੀਅਤ ਹੈ? ਕੀ ਜੇ ਮੈਂ ਹੁਣ ਪਹਿਲਾਂ ਬਾਗ ਕਹਿ ਰਿਹਾ, ਉਹਨੂੰ ਮੈਂ ਮਧੂਬਨ ਕਹਿਣ ਲੱਗ ਪਵਾਂ ਬਾਗ ਨੂੰ, ਕੀ ਇਹ ਜਦੀਦੀਅਤ ਹੈ? ਮੈਂ ਬਾਗ ਨੂੰ ਚਮਨ ਕਹਿੰਦਾ ਸੀਗਾ ਜਦੋਂ, ਤਾਂ ਉਸ ਵੇਲੇ ਉਹ ਉਹਨੂੰ ਵੀ ਜਦੀਦੀਅਤ ਕਹਿ ਰਹੇ ਸੀ, ਕਹਿੰਦੇ ਜਦੀਦ ਆ। ਬਾਗ ਤਾਂ ਪੁਰਾਣਾ ਸ਼ਬਦ ਹੋ ਗਿਆ। ਜੇ ਉਹ ਜਦੀਦੀਅਤ ਆ, ਇਹ ਤੁਹਾਡਾ ਜਿਹੜਾ ਹੁਣ ਫਿਰ ਗਾਰਡਨ ਕਹਿਣ ਦੇ ਨਾਲ ਜਦੀਦੀਅਤ ਆ ਜੂਗੀ? ਨਹੀਂ। ਜਦੀਦੀਅਤ ਕੀ ਹੈ ਕਿ ਤੁਸੀਂ ਕੋਈ ਇਹੋ ਜਿਹਾ ਵਿਚਾਰ ਤਾਂ ਰੱਖ ਨਹੀਂ ਰਹੇ। ਕੀ ਹੈ ਕਿ ਆਪਣਾ ਤੁਹਾਡਾ ਢੰਗ ਜਿਹੜਾ ਨਵਾਂ ਹੋਣਾ ਚਾਹੀਦਾ ਕੋਈ ਵੀ ਗੱਲ ਕਹਿਣ ਦਾ। ਉਹਦੇ 'ਚ ਤੁਸੀਂ ਆਪਣੇ ਵੱਲੋਂ ਕੀ ਪਾਇਆ? ਜਿਵੇਂ ਤੁਸੀਂ ਮੰਨ ਲਓ ਕਿ ਤੁਹਾਡੇ ਫੋਨ ਸੀਗੇ, ਪਹਿਲਾਂ ਛੋਟਾ ਫੋਨ ਸੀਗਾ, ਆਪਾਂ ਡਾਇਲ ਕਰਦੇ ਹੁੰਦੇ ਸੀ ਅਤੇ ਸੁਣਦੇ ਹੁੰਦੇ। ਅੱਜ ਕੱਲ੍ਹ ਕੀ ਹੈ? ਅੱਜ ਕੱਲ੍ਹ ਤੁਹਾਡੇ ਫੋਨ ਦੇ ਵਿੱਚ ਸਾਰਾ ਕੁਝ ਆ ਰਿਹਾ, ਠੀਕ ਹੈ। ਲੇਕਿਨ ਤੁਸੀਂ ਇਸ ਚੀਜ਼ ਨੂੰ ਨਹੀਂ ਮੁਨਕਰ ਹੋ ਸਕਦੇ ਕਿ ਜਿੱਥੋਂ ਸ਼ੁਰੂ ਹੋਇਆ ਸੀ ਫੋਨ ਉਹ ਬਿਲਕੁਲ ਬੇਕਾਰ ਆ। ਉਹਨੂੰ ਅਸੀਂ ਬੇਕਾਰ ਨਹੀਂ ਕਹਿ ਸਕਦੇ ਹੈਗੇ। ਜਾਂ ਤੁਸੀਂ ਇਹਦੀ ਪ੍ਰੋੜਤਾ ਕਰਨੀ ਆ, ਜਾਂ ਤੁਸੀਂ ਇਹਦੀ ਤਾਰੀਫ ਕਰਨੀ ਆ ਇਸ ਚੀਜ਼ ਦੀ, ਤੁਸੀਂ ਉਹਨੂੰ ਝੁਠਲਾ ਕੇ ਨਹੀਂ ਕਰ ਸਕਦੇ ਹੈਗੇ। ਜੇ ਤੁਸੀਂ ਆਪਣੇ ਦੀਵੇ ਨੂੰ ਸਲਾਉਣਾ ਤਾਂ ਇਹਦਾ ਮਤਲਬ ਸੂਰਜ ਨੂੰ ਤੁਸੀਂ ਨਿੰਦ ਕੇ ਨਹੀਂ ਆਪਣਾ ਦੀਵਾ ਸਲਾ ਸਕਦੇ ਹੈਗੇ, ਕਿਉਂਕਿ ਸਾਡੇ ਕੋਲ ਜਿਹੜਾ ਰੌਸ਼ਨੀ ਦਾ ਪਹਿਲਾ ਸਰੋਤ ਸੀਗਾ ਉਹ ਸੂਰਜ ਸੀ। ਅਸੀਂ ਦੀਵੇ ਬਣਾਏ, ਅਸੀਂ ਹੋਰ ਅੱਜ ਕੱਲ੍ਹ ਲੈਂਪਾਂ ਲਗਾ ਲਈਆਂ, ਅਸੀਂ ਕਿੰਨੀ ਤਰੱਕੀ ਕਰ ਲਈ, LED ਆ ਗਈ ਇਹ ਉਹ, ਲੇਕਿਨ ਅਸੀਂ ਸੂਰਜ ਨੂੰ ਤਾਂ ਨਹੀਂ ਝੁਠਲਾ ਸਕਦੇ। ਇਸੇ ਤਰੀਕੇ ਨਾਲ ਜੋ ਸਾਡੀ ਕਲਾਸਿਕ ਗਜ਼ਲ ਆ, ਜਾਂ ਜਿਹੜੇ ਪੁਰਾਣੇ ਸ਼ਾਇਰ ਆ, ਜਾਂ ਜਿਹੜੇ ਅਸੀਂ ਕਹਿ ਸਕਦੇ ਗਜ਼ਲ ਸਕੂਲ ਆ, ਅਸੀਂ ਉਹਨਾਂ ਨੂੰ ਝੁਠਲਾ ਨਹੀਂ ਸਕਦੇ ਹੈਗੇ। ਲੇਕਿਨ ਕੀ ਹੋ ਰਿਹਾ? ਉਹਨਾਂ ਨੂੰ ਬਿਲਕੁਲ ਮਿੱਟੀ ਪਾਓ ਵਾਲਾ ਕੰਮ ਹੋ ਰਿਹਾ, ਉਹ ਜੋ ਕਿ ਬਿਲਕੁਲ ਗਲਤ ਆ। ਹਾਂ, ਤੁਸੀਂ ਆਪਣਾ ਪੱਖ ਰੱਖ ਸਕਦੇ ਹੋ। ਮੇਰਾ ਇਹ ਮੰਨਣਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਤੁਸੀਂ ਉੱਚੇ ਹੋਣ ਲਈ ਦੂਸਰੇ ਨੂੰ ਥੱਲੇ ਸੁੱਟੋ। ਨਹੀਂ, ਤੁਸੀਂ ਉੱਚੇ ਹੋਵੋ, ਜਮ ਹੋਵੋ, ਸਾਨੂੰ ਬੜੀ ਖੁਸ਼ੀ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਗਜ਼ਲ ਆ ਹੋਰ ਬੁਲੰਦੀਆਂ ਛੂਵੇ, ਸਾਡੇ ਕੋਲ ਨਵੇਂ ਸ਼ਾਇਰ ਆਉਣ, ਨਵੇਂ ਖਿਆਲ ਆਉਣ, ਨਵੇਂ ਲਹਿਜੇ ਆਉਣ, ਤਾਂ ਜੋ ਇਹ ਜਿਹੜੀ ਗਜ਼ਲ ਆ ਸਦੀਆਂ ਤੱਕ ਹੋਰ ਜਿੰਦਾ ਰਹੇ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਸ਼ਾਇਰਾਂ ਦੇ ਵਿੱਚ ਵਖਰੇਵਾਂ ਹੈ, ਪੀੜ੍ਹੀ ਦਾ ਵਖਰੇਵਾਂ ਆਪਣੀ ਜਗ੍ਹਾ ਆ। ਪੀੜ੍ਹੀ ਦਾ ਵਖਰੇਵਾਂ ਮੇਰੇ ਬਾਪ ਦਾ ਅਤੇ ਮੇਰਾ ਵਖਰੇਵਾਂ ਹੈਗਾ, ਗਾ ਮੇਰੇ ਬੱਚਿਆਂ ਦਾ ਵਖਰੇਵਾਂ ਹੈਗਾ। ਇਹ ਰਹਿਣਾ, ਸੋਚ ਦਾ ਵਖਰੇਵਾਂ ਰਹਿਣਾ, ਕਿਉਂਕਿ ਉਸ ਵੇਲੇ ਸਮਾਜਿਕ ਹਾਲਾਤ ਕਿਹੋ ਜਿਹੇ ਸੀਗੇ, ਆਰਥਿਕ ਹਾਲਾਤ ਕਿਹੋ ਜਿਹੇ ਸੀਗੇ, ਸਾਡਾ ਆਲਾ ਦੁਆਲਾ ਕਿਹੋ ਜਿਹਾ ਸੀਗਾ,
ਸਾਡੇ ਜਿਹੜੇ ਬੌਧਿਕ ਪੱਧਰ ਕਿਹੋ ਜਿਹਾ ਸੀਗਾ, ਉਹਦੇ ਤੋਂ ਹੀ ਇਹ ਵੱਖਰੇਵੇਂ ਅੱਗੇ ਬਣਦੇ ਆ। ਮਸਲਨ ਜਿਹੜੇ ਪਹਿਲੇ ਸ਼ਾਇਰਾਂ ਨੇ ਲਿਖਣਾ ਸ਼ੁਰੂ ਕੀਤਾ, ਉਹਨਾਂ ਦੇ ਕੋਲ ਕੀ ਸੀਗੇ, ਜਿਹੋ ਜਿਹੇ ਹਾਲਾਤ, ਜਿਹੋ ਜਿਹੇ ਮਾਹੌਲ, ਜਿਹੋ ਜਿਹਾ ਸਾਡੀ ਰਹਿਣੀ ਸਹਿਣੀ ਸੀ, ਜਿਹੋ ਜਿਹੇ ਰਹਿਤਲ, ਜਿਹੋ ਜਿਹੇ ਵਾਤਾਵਰਣ ਵਿੱਚ ਅਸੀਂ ਰਹਿੰਦੇ ਸੀਗੇ, ਉਹਨਾਂ ਨੇ ਉਸੇ ਹਿਸਾਬ ਨਾਲ ਲਿਖਿਆ। ਅਸੀਂ ਜੋ ਲਿਖ ਰਹੇ ਹਾਂ ਅੱਜ, ਮੈਂ ਆਪਣੇ ਆਪ ਨੂੰ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਵਿਚਕਾਰ ਇੱਕ ਪੁਲ ਵਾਂਗ ਸਮਝਣਾ ਕਿ ਮੈਂ ਇਹਨਾਂ ਨਾਲ ਵੀ ਬੈਠਿਆ ਉੱਠਿਆ ਅਤੇ ਨਵੀਂ ਪੀੜ੍ਹੀ ਦੇ ਨਾਲ ਵੀ ਮੈਨੂੰ ਬਹਿਣ ਉੱਠਣ ਦਾ ਮੌਕਾ ਮਿਲਦਾ। ਸਾਰਿਆਂ ਨਾਲ ਮੈਂ ਵਿਚਾਰ ਵਟਾਂਦਰਾ ਕਰਦਾ, ਔਰ ਮੈਂ ਹਮੇਸ਼ਾ ਸਾਰਿਆਂ ਲਈ ਆਪਣੇ ਦਿਲ, ਦਰਵਾਜ਼ਾ ਸਾਰਾ ਕੁਝ ਖੁੱਲ੍ਹਾ ਰੱਖਿਆ ਹੋਇਆ ਕਿ ਕਦੇ ਵੀ ਕੋਈ ਵੀ ਮਿੱਤਰ, ਚਾਹੇ ਕੋਈ ਪੁਰਾਣੇ ਉਸਤਾਦ ਸ਼ਾਇਰ ਹੋਣ, ਚਾਹੇ ਕੋਈ ਨਵਾਂ ਹੋਵੇ, ਸਾਰਿਆਂ ਨਾਲ ਮੈਂ ਵਿਚਾਰ ਵਟਾਂਦਰਾ ਕਰਦਾ। ਲੇਕਿਨ ਵਖਰੇਵਾਂ ਜਿਹੜਾ ਆ ਜਾਂ ਇਹਦਾ ਮੁਲਾਂਕਣ ਕੌਣ ਕਰੇ, ਉਹ ਪਾਠਕ 'ਤੇ ਛੱਡ ਦੇਣਾ ਚਾਹੀਦਾ। ਨਾ ਮੈਂ ਕਹਿ ਸਕਦਾ ਕਿ ਫਲਾਨਾ ਸ਼ਾਇਰ ਮਾੜਾ ਆ, ਨਾ ਦੂਸਰਾ ਬੰਦਾ ਕਹਿ ਸਕਦਾ ਕਿ ਮੈਂ ਉਹਨੂੰ ਸ਼ਾਇਰ ਹੀ ਨਹੀਂ ਮੰਨਦਾ। ਮੈਂ ਕੌਣ ਹੁੰਦਾ ਕਿਸੇ ਨੂੰ ਸ਼ਾਇਰ ਨਾ ਮੰਨਣ ਵਾਲਾ? ਮੇਰੇ ਕੋਲ ਕੀ ਸਰਟੀਫਿਕੇਟ ਆ ਵੀ ਮੈਂ ਕਿਹੜੀ ਇਹੋ ਜਿਹੀ ਕਸੌਟੀ ਆ ਜਿਹਦੇ 'ਤੇ ਮੈਂ ਪਰਖ ਕੇ ਦੱਸਾਂ ਕਿ ਉਹ ਸ਼ਾਇਰ ਹੈਗਾ ਜਾਂ ਨਹੀਂ ਹੈਗਾ? ਉਹ ਪਾਠਕ ਦੱਸਦੇ ਆ, ਉਹ ਦੂਸਰਾ ਬੰਦਾ ਸੁਣਨ ਵਾਲਾ ਦੱਸੇਗਾ, ਮੈਂ ਨਹੀਂ ਦੱਸਾਂਗਾ। ਹਾਂ, ਮੈਂ ਰਿਵਿਊ ਕਰਦਾ ਹਾਂ ਕਿਸੇ ਵੀ ਚੀਜ਼ ਦਾ, ਜਾਂ ਮੈਨੂੰ ਕਿਹਾ ਜਾਂਦਾ ਕਿ ਉਸ ਬੰਦੇ ਬਾਰੇ ਬੋਲੋ, ਅਤੇ ਮੇਰੀ ਇਮਾਨਦਾਰੀ ਜੇ ਹੋਏਗੀ ਮੇਰੇ 'ਚ, ਤਾਂ ਮੇਰਾ ਜਿਹੜਾ ਇਮਾਨਦਾਰੀ ਵਾਲਾ ਮੁਲਾਂਕਣ ਹੋਏਗਾ ਉਹ ਮੈਨੂੰ ਵੀ ਕਬੂਲ ਹੋਣਾ ਚਾਹੀਦਾ, ਇਮਾਨਦਾਰੀ ਵਾਲਾ, ਅਤੇ ਦੂਸਰੇ ਬੰਦੇ ਨੂੰ ਵੀ ਕਬੂਲ ਹੋਣਾ ਚਾਹੀਦਾ। ਲੇਕਿਨ ਇੱਕ ਇੱਥੇ ਕੀ ਹੋ ਰਿਹਾ ਕਿ ਚਿਮਟੇ ਨਾਲ ਚੱਕ ਕੇ ਪਰਾਂ ਕਰਨ ਵਾਲੀਆਂ ਗੱਲਾਂ ਹੋ ਰਹੀਆਂ ਕਿ ਆ ਯਾਰ ਛੱਡ, ਗਜ਼ਲ ਸਕੂਲਾਂ ਵਾਲੇ ਆ, ਇਹਨਾਂ ਨੂੰ ਦਫਾ ਕਰੋ। ਗਜ਼ਲ ਸਕੂਲ ਵਾਲੇ ਕੀ ਕਰੇ, ਉਹ ਯਾਰ ਇਹ ਪ੍ਰੋਫੈਸਰ ਵਾਧਾ ਆ, ਇਹਨਾਂ ਨੂੰ ਪਾਸੇ ਕਰੋ, ਕਿਉਂਕਿ ਉੱਥੇ ਗੱਲ ਈਗੋ ਦੀ ਆ ਗਈ। ਇਹ ਮੈਂ ਬਹੁਤ ਸਾਲ ਦੇਖੀ ਹੈ ਜਿਹੜੀ ਬਹਿਸ ਆ। ਜਦੋਂ ਮੈਂ ਜਲੰਧਰ ਜਾਂਦਾ ਹੁੰਦਾ ਸੀ ਪ੍ਰੋਗਰਾਮਾਂ ਦੇ ਵਿੱਚ, ਉੱਥੇ ਪ੍ਰੋਫੈਸਰ ਲੋਕ ਵੀ ਆਉਂਦੇ ਹੁੰਦੇ ਸੀ, ਸਾਡੇ ਪੁਰਾਣੇ ਉਸਤਾਦ ਸ਼ਾਇਰ ਵੀ ਹੁੰਦੇ ਸੀ, ਉੱਥੇ ਇਸੇ ਗੱਲ ਦੇ ਉੱਤੇ ਬਹਿਸ ਚੱਲਦੀ ਰਹੀ। ਬਹੁਤ ਸਾਲ ਅਜੀਤ ਵਿੱਚ ਹੁੰਦੀ ਰਹੀ ਇਹ ਬਹਿਸ। ਸਾਧੂ ਸਿੰਘ ਹਮਦਰਦ ਦੇ ਵੇਲੇ ਦੀਪਕ ਜਤੋਈ ਸਾਹਿਬ ਸੀਗੇ, ਉਸ ਵੇਲੇ ਆਪਣੇ ਕਮਰ ਚੌਹਾਨ ਸਾਹਿਬ ਵੀ ਲਿਖਦੇ ਸੀ। ਪਿਛਲੇ ਦਿਨ ਵੀ ਉਹ ਇੱਦਾਂ ਦਾ ਮੈਨੂੰ ਕੁਝ ਦੇਖਣ ਸੁਣਨ ਨੂੰ ਮਿਲਿਆ ਕਿ ਫਲਾਨਾ, ਉਹ ਕਹਿ ਰਿਹਾ ਕਿ ਜਦੀਦੀਅਤ ਦੇ ਗਜ਼ਲ ਦੇ ਮੋਢੇ ਨੇ, ਉਹ ਕਹਿ ਰਹੇ ਨੇ ਕਿ ਗਜ਼ਲ ਅਸੀਂ ਵਧੀਆ ਲਿਖਦੇ ਹਾਂ, ਉਹ ਕਹਿ ਰਹੇ ਨੇ ਕਿ ਤੁਸੀਂ ਕਾਫੀਆ ਪੈਮਾਈ ਕਰ ਰਹੇ ਹੋ, ਉਹ ਕਹਿ ਰਹੇ ਇੰਨੀ ਬੇਤੁਕੀ। ਇਹ ਜਿਹੜੀ ਚੀਜ਼ਾਂ, ਮੇਰੇ ਕਹਿਣ ਨਾਲ ਕੀ ਹੈ, ਇਹ ਤਾਂ ਫਿਰ ਹੋ ਗਈ ਦੁਕਾਨਦਾਰੀ। ਜਿਵੇਂ ਪੰਜਾਬੀ 'ਚ ਮੈਂ ਕਹਿੰਦਾ ਕਿ ਆਪਣਾ ਭਾਂਡਾ ਸੁਲਾਉਣ ਵਾਲੀ ਗੱਲ ਆ ਕਿ ਇਹ ਮੈਂ ਵਧੀਆ ਅਤੇ ਉਹ ਮਾੜਾ। ਮੇਰੇ ਹਿਸਾਬ ਨਾਲ ਇੰਜ ਨਹੀਂ ਹੋਣਾ ਚਾਹੀਦਾ, ਸ਼ਾਇਰਾਂ ਵਿੱਚ ਨਹੀਂ ਹੋਣਾ ਚਾਹੀਦਾ। ਜਾਂ ਕੁਝ ਆਲੋਚਕ ਹੋਣ, ਲੇਕਿਨ ਇੱਥੇ ਕੀ ਹੋ ਰਿਹਾ, ਆਲੋਚਕ ਖੁਦ ਗਜ਼ਲ ਲਿਖਦੇ ਆ, ਜਿਹੜੇ ਖੁਦ ਗਜ਼ਲ ਲਿਖਦੇ ਆ ਉਹ ਦੂਸਰੇ ਨੂੰ ਕੁਝ ਨਹੀਂ ਸਮਝ ਰਹੇ ਹੈਗੇ। ਉਹ ਕਹਿੰਦੇ ਕਿ ਦੂਸਰੇ ਨੂੰ ਤਾਂ ਲਿਖਣਾ ਹੀ ਨਹੀਂ ਆਉਂਦਾ। ਅਤੇ ਦੂਸਰਾ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਇਸ ਵੇਲੇ ਜਿਹੜਾ ਗਰੁੱਪਿਜ਼ਮ ਆ, ਜਿਹੜੇ ਗਰੁੱਪ ਬਣੇ ਆ, ਧੜੇਬੰਦੀਆਂ, ਇਹ ਮੈਂ ਨਾ ਮਾਨੂ ਦੀ ਗੱਲ ਤਰਜ਼ 'ਤੇ ਚੱਲ ਰਹੇ, ਜਿਹੜੇ ਕਿ ਆਹ ਜਿਹੜੇ ਅਸੀਂ 5 ਬੰਦੇ ਆ, ਅਸੀਂ ਜਿਹੜੇ ਆ ਉਹ ਟਟੀਰੀਆਂ ਆ ਜਿਨ੍ਹਾਂ ਨੇ ਅਸਮਾਨ ਰੋਕਿਆ ਹੋਇਆ। ਨਹੀਂ ਤਾਂ ਜੇ ਅਸੀਂ ਨਾ ਹੁੰਦੇ ਤਾਂ ਪੰਜਾਬੀ ਗਜ਼ਲ ਦਾ ਅਸਮਾਨ ਜਿਹੜਾ ਹੈ ਨਾ, ਉਹ ਧਰਾਤਲ ਦੇ ਵਿੱਚ ਚਲੇ ਜਾਣਾ ਸੀ, ਗਰਕ ਹੋ ਜਾਣੀ ਸੀ ਪੰਜਾਬੀ ਗਜ਼ਲ। ਜਿਹੜੀ ਇਹ ਮਾਨਸਿਕਤਾ ਆ ਉਹ ਜੇ ਰਹੇਗੀ ਫਿਰ ਤਾਂ ਜੋ ਮਰਜ਼ੀ ਕਰੀ ਚਲੋ। ਲੇਕਿਨ ਇਸ ਮਾਨਸਿਕਤਾ ਤੋਂ ਬਾਹਰ ਨਿਕਲ ਕੇ ਅਗਰ ਤੁਸੀਂ ਗੱਲ ਕਰਦੇ ਹੋ, ਫਿਰ ਮੈਂ ਮੰਨਦਾ ਕਿ ਮੁਲਾਂਕਣ ਤੁਸੀਂ ਸਹੀ ਕਰ ਰਹੇ ਹੋ, ਇਮਾਨਦਾਰੀ ਨਾਲ ਮੁਲਾਂਕਣ। ਲੇਕਿਨ ਮੇਰੇ ਹਿਸਾਬ ਨਾਲ ਪਾਠਕ 'ਤੇ ਛੱਡ ਦੇਣਾ ਚਾਹੀਦਾ ਔਰ ਆਉਣ ਵਾਲੇ ਸਮੇਂ 'ਤੇ ਛੱਡ ਦੇਣਾ ਚਾਹੀਦਾ। ਅੱਜ ਦਾ ਜਿਹੜਾ ਆ, ਮੇਰਾ ਬੋਲਿਆ ਵੀ ਜਿਹੜਾ, ਮੈਂ ਹੁਣ ਹੋ ਸਕਦਾ ਮੈਂ ਥੋੜ੍ਹੀ ਦੇਰ ਬਾਅਦ ਇਹਦੇ 'ਤੇ ਚਿੰਤਨ ਕਰਾਂ, ਹੋ ਸਕਦਾ ਥੋੜ੍ਹੀ ਦੇਰ ਬਾਅਦ ਮੈਂ ਇਹਦੇ 'ਤੇ ਚਿੰਤਨ ਕਰਾਂ। ਲੇਕਿਨ ਕੀ ਗਲਤ ਕੀ ਸਹੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ ਜਾਂ ਦੂਸਰੇ ਬੰਦੇ ਦੱਸਣਗੇ। ਮੇਰੇ ਕੋਲ ਬੈਠੇ ਤੁਸੀਂ ਵੀ ਨਹੀਂ ਦੱਸ ਸਕਦੇ ਵੀ ਗਲਤ ਹੈ ਸਹੀ, ਕਿਉਂਕਿ ਉੱਥੇ ਤੁਸੀਂ, ਮੈਂ ਵੀ ਵਾਇਸ ਹੈ ਇਸ ਵੇਲੇ, ਤੁਸੀਂ ਵੀ ਵਾਇਸ ਹੋਵੋਗੇ, ਸਹੀ ਹੈ ਨਾ। ਅਤੇ ਜਿਹੜਾ ਇੱਕ ਇਮਾਨਦਾਰੀ ਵਾਲਾ ਮੁਲਾਂਕਣ ਆ ਉਹ ਗਾਇਬ ਆ, ਜਿਹੜੀ ਮੇਨ ਪ੍ਰੋਬਲਮ ਹੈ। ਇਸ ਲਈ ਇੰਨੇ ਵੱਖਰੇਵੇਂ ਇਸ ਤਰ੍ਹਾਂ ਦੇ ਸਾਨੂੰ ਇੱਥੇ ਖਿਤਾਬ ਸੁਣਨੇ ਨੂੰ ਮਿਲ ਰਹੇ। ਉਹ ਫਲਾਣੇ ਨੂੰ ਕੀ ਆਉਂਦਾ, ਧਮਕਾਨੇ ਨੂੰ ਕੀ ਆਉਂਦਾ, ਉਹ ਛੱਡੋ ਜੀ, ਉਹ ਜੀ ਪੁਰਾਣੀ ਗਜ਼ਲ ਲਿਖਦੇ, ਅਸੀਂ ਨਵੀਂ ਗਜ਼ਲ ਲਿਖਦੇ ਹਾਂ, ਅਸੀਂ ਪੰਜਾਬੀ ਗਜ਼ਲ ਦਾ ਆਹ ਸਵਾਰ ਦਿੱਤਾ, ਉਹਨਾਂ ਨੇ ਆਹ ਵਿਗਾੜ ਦਿੱਤਾ। ਇਹ ਜਿਹੜਾ ਗੱਲਾਂ ਚੱਲ ਰਹੀਆਂ, ਇਹ ਇਸੇ ਮਾਨਸਿਕਤਾ 'ਚੋਂ ਨਿਕਲ ਰਹੀਆਂ ਕਿ ਹਮ ਹੀ ਹਮ ਹੈ, ਹਮ ਹੀ ਹਮ ਹੈ, ਬਸ ਇਸ ਤੋਂ ਇਲਾਵਾ ਕੁਛ ਨਹੀਂ ਹੈਗਾ। ਇਸ ਮਾਨਸਿਕਤਾ 'ਚੋਂ ਬਾਹਰ ਨਿਕਲੋਗੇ ਤਾਂ ਮੁਲਾਂਕਣ ਵੀ ਸਹੀ ਹੋ ਜਾਊਗਾ। ਮੇਰੇ ਹਿਸਾਬ ਨਾਲ ਪਾਠਕ ਅਤੇ ਆਉਣ ਵਾਲਾ ਸਮਾਂ ਹੀ ਸਹੀ ਮੁਲਾਂਕਣ ਕਰੇਗਾ। ਇਹ ਤਾਂ ਉਹ ਗੱਲ ਹੋ ਗਈ ਕਿ ਰੱਬ ਨੂੰ ਕਿਸੇ ਨੇ ਪੁੱਛਿਆ ਵੀ ਇੰਡੀਆ 'ਚੋਂ ਕਰਪਸ਼ਨ ਖਤਮ ਹੋ ਜੂ, ਉਹ ਕਹਿੰਦਾ ਮੇਰੇ ਜੀਂਦੇ ਜੀ ਤਾਂ ਹੋ ਨਹੀਂ ਸਕਦਾ, ਹੈ ਨਾ। ਇਹ ਸਵਾਲ
देखो ग्रुपिज़म की जिथे तक मैं गल समझदा, ग्रुपिज़म कदे खत्म नहीं हो सकता। ये पिछे जिवें मैं कह रहा कि इंसानी फितरत जिहड़ी आ उही काम कर रही है। इंसानी मानसिकता जिहड़ी आ, अपना भांडा सलाउण वाली जिहड़ी मानसिकता है, ठीक है ना, उही काम करदी आ। असीं किड्डे भी सिੱਖਿਅਤ हो जाइए, किड्डा भी पढ़ लईए, असीं अपनी जे मानसिकता नहीं बदली करते हैगे। असीं डिग्रियां लै लईए, PhD कर लईए, प्रोफैसर लग जाइए, डॉक्टर बन जाइए, कुछ भी बन जाइए, लेकिन साडे अंदर जिहड़ी एक मानसिकता नहीं जिन्ना चिर असीं तब्दील करते हैगे, ये ग्रुपिज़म नहीं खत्म हो सकता हैगा। क्योंकि जिहड़ा ना एक भुख आ, जिहड़ी भुख आ शोहरत दी, ये सब तो भैड़ी चीज़ है। कोई लोग जिहड़े आ कई साल कुर्सियां नूं जफा पा के बैठे आ, वो नहीं चाहते कि एक कुर्सी के उत्ते कोई दूसरा बंदा आके बैठे, तो जे बैठेगा भी तो वह कठपुतली उन्होंने चाहिए, वो कठपुतलियां नूं बिठाउंदे आ। मसला की आ कि उन्हां दी अपनी जिहड़ी मानसिक तृप्ति लई वो जो कुछ कर रहे आ, जे वो मानसिक तृप्ति लई ना करन, मैं हमेशा कहना हुन्ना कि साहित नहीं रह गया, ये सब हित हो गया। इस लोग अपना हित साध रहे, साहित नूं इस्तेमाल किया जा रहा। कोई बंदा इत्थे इहो जिहा ਸਾਹਿਤਕਾਰ नहीं हैगा जिहड़ा ਸਾਹਿਤ नूं इस्तेमाल नहीं कर रहा। हर बंदा ਸਾਹਿਤ नूं एक सीढ़ी वांग इस्तेमाल कर रहा। जो कुछ तुसीं देखो कि ग्रुपिज़म ही है कि दिल्ली च जो मुशायरे हुंदे आ, मैं अपनी सूरत दे विच जिन्ने भी देखे ने, दिल्ली विच जिन्ने भी मुशायरे होए अपनी सूरत विच जिहड़े भी मैं देखे उही ग्रुप देखिया। मैं एक ही ग्रुप आ, पिछले 20-25 साल तो मैं देख रहा। हाँ, कदे कदाई कोई नवा मुंडा जिहड़ा उस सांचे दे विच फिट हुंदा है, जिहड़ा उन्हां दे सांचे च ढल जांदा, वो शामिल हुंदा देखिया मैं जरूर। बाकी जिहदी पहुँच है उही ਵੱਡੇ ਵੱਡੇ ਮੁਸ਼ਾਇਰਿਆਂ 'ਚ ਆ, ਉਹੀ ਗਰੁੱਪ हर जगह, ਉਹੀ ਅਖਬਾਰਾਂ ਦੇ ਵਿੱਚ, ਉਹੀ ਮੈਗਜ਼ੀਨਾਂ ਦੇ ਵਿੱਚ, ਉਹੀ TV ਤੇ, ਉਹੀ ਰੇਡੀਓ ਤੇ, हर जगह एक दो ग्रुप ही है ਜਿਹੜੇ ਛਾਏ ਹੋਏ ਆ। कुछ ਬੰਦਿਆਂ ਨੇ ਤਾਂ ਨਾਲ ਜਿੱਦਾਂ ਚਿੱਤਰਗੁਪਤ ਨਹੀਂ ਹੁੰਦਾ ਆਪਣੇ, ਇੱਕ ਸੱਜੇ ਚਿੱਤਰ ਤੇ ਦੂਸਰੇ ਪਾਸੇ ਗੁਪਤ ਬੈਠਾ ਕਹਿੰਦੇ ਹੁੰਦੇ, ਇਸ ਤਰੀਕੇ ਨਾਲ ਇੱਕ ਅੱਧੇ ਬੰਦੇ ਨੇ ਤਾਂ ਇੱਦਾਂ ਦੋ ਬੰਦੇ ਵੀ ਨਾਲ ਰੱਖੇ ਹੁੰਦੇ ਆ ਕਿ ਭਾਈ ਜਿੱਥੇ ਜਾਣਾ ਨਾਲ ਲੈ ਕੇ ਜਾਣੇ ਚਿੱਤਰਗੁਪਤ। ਇਹੋ ਜਿਹਾ ਸਿਸਟਮ ਬਣਾਇਆ ਹੋ। ਉਹ ਜਿਹੜਾ ਗਰੁੱਪ ਆ ਨਾ, ਇਹ ग्रुपिज़म मानसिकता करके साड़ी मानसिकता जिन्ना चिर नहीं सुधरती हैगी, असीं इस गल ते नहीं आउंदे कि असीं ਸਾਹਿਤ दे सेवादार हैं, उन्ना चिर ये ग्रुप जिहड़े आ खत्म नहीं होने। सेवादार तो कोई है ही नहीं, सेवा करने की किसी की भावना नहीं हैगी। सारिਆਂ ਦਾ यही है कि आउंदे 2 सालां नूं जिहड़ा ਸਾਹਿਤ अकादमी का अवार्ड मिलना आ, ਉਹਦੇ ਉੱਤੇ आख्या आउंदे 2 सालों में जो पंजाब सरकार वालों जोड़े ਸਾਹਿਤ रत्न मिलने आ, उन्होंने उत्ते आख्या। लोगों ने मैं देखा आ कि 5 साल बाद दी होनी इत्थे चल रही कि जुगाड़ जिहड़े चल रहे आ कि इधरों तरतीबां कर रहे, उधरों तरतीबां कर रहे, फलाने नूं कह धमकाने नूं कह। मैनूं समझ नहीं आउंदी कि किताब अजे छपी नहीं हुंदी बंदे दी, वो ते किदां छप जांदा सिलेबसां विच। अजे किताब छपी नहीं हुंदी, बंदा मंजरे आम ते आया नहीं हुंदा पूरी तरीके नाल, ते उहदे किद्दां रचनावां लग जांदियां ने सिलेबसां विच। सारा कुछ जुगाड़ दे सिर ते। कुछ लोग कहणगे इन्हां नूं कोई पुछदा नहीं करके तां इदां बोलदे आ। भाई इदां दी पुछ-गिछ आपां नूं चाहीदी भी नहीं, लेकिन सच तां बोलना चाहीदा। देखो जिवें मेरे दिमाग दे विच गल आ रही एक कि लुधियाना जिहड़ा एक्सपोर्ट दे मामले विच नंबर 1 गिणिया जाता हौजरी नैटवेयर दे, लेकिन अजकल जिहड़ा ना कविता के मामले भी एक्सपोर्ट के मामले नंबर 1 आ। जिहड़ा दूसरा मान लो हौजरी या नैटवेयर है, वो एक्सपोर्टड माल जिहड़ा असीं करदे ना वो नंबर 1 हुंदा, लेकिन की है जिहड़ी कविता एक्सपोर्ट हुंदी इत्थों वो रीसाइकल्ड हुंदी आ। इसलिए जो NRI वो पैसे ला के किताबां छाप के इत्थे भेज दिंदे ने तो कूड़ कवाड़ा ही वध। मैं ये नहीं कह रहा कि वो गलत कर रहा, उन्हां दी जिद्दां कहंदे हुंदे कि जिहदे कोल 4 पैसे होण वो कमले भी सियाणे वाली गल हो जाती। वो सियाणे अपनी जगह, वो अपना नाम बनाउणा चाहुंदे आ। पहलां हुंदे सी कि मेले करा के चले जांदे हुंदे सी, छिंज मेले करा दित्ते। हुण इक्को ही गल आ उन्हां कि यार आह जिहड़ा खेतर है ना बहुत वधिया आ,
दो चार अपने शेयर कितों भी मंगवा लो, बोल दो किते तुसीं एज ए राइटर एज ए वधिया गज़लगोजी। वो की करते हैं इत्थे साडे इहो जिहे लोग हैगे ने जिहड़े कविता लिख के दिंदे आ। एक गज़ल जां एक कविता जिहड़ी इहो जी लिख के दे देनी उन्हां नूं कि जिहड़ी वो बोलदे रहण सारी जिंदगी ते ਉਹੀ ਸੁਣਾਉਣ। बाकी जिहड़ी किताब आ वो पूरी रीसाइकल्ड हुंदी है कि जो इत्थे असीं कहने यार नहीं पाउणी आपां किताब दे विच, इहनूं कढ दो, ਉਹ ਜਿਹੜੀਆਂ ਉੱਥੇ ਚਲੇ ਜਾਂਦੀਆਂ ਉਹ ਡਾਲਰਾਂ ਦੇ ਵਿੱਚ ਵਿਕ ਜਾਂਦੀਆਂ। ਇਸ ਤਰੀਕੇ ਨਾਲ ਜਿਹੜੇ NRI ਵਿਚਾਰੇ ਕੀ ਕਰਨ, ਉਹ ਹੁਣ ਨਾ ਤਾਂ ਮੇਲੇ ਲੱਗਦੇ ਆ, ਹੁਣ ਬਸ ਇੱਕੋ ਉਹਨਾਂ ਕੋਲ ਸਾਧਨ ਰਹਿ ਗਿਆ ਕਿ ਕਿਤਾਬ ਛਾਪੋ ਅਤੇ ਇਹ ਪਬਲਿਸ਼ਰ ਨੂੰ ਪੈਸੇ ਦੇਵੋ, ਦੂਸਰੀਆਂ ਜਿਹੜੀਆਂ ਸਭਾਵਾਂ ਆ ਉਹਨਾਂ ਨੂੰ ਪੈਸੇ ਦੇ ਕੇ ਬਾਅਦ 'ਚ ਇੱਕ ਸ਼ਿਵ ਕੁਮਾਰ ਬਟਾਲਵੀ ਦੇ ਨਾਮ 'ਤੇ ਬਣਵਾ ਕੇ ਅਵਾਰਡ ਲੈ ਲਵੋ। ਬਹੁਤ ਕੁਝ ਦੇਖਿਆ ਮੈਂ ਪਿਛਲੇ ਸਾਲਾਂ ਦੇ ਵਿੱਚ, ਇਹੋ ਜਿਹੀਆਂ ਕਿਤਾਬਾਂ ਆਈਆਂ ਨੇ ਕਿ ਪੁੱਛੋ ਕੁਝ ਨਾ। ਤੁਸੀਂ ਦੇਖਦੇ ਸਾਰੇ ਕਹੋਗੇ ਯਾਰ ਕਿਤਾਬ ਨੂੰ ਵਧੀਆ ਜੀ ਜਗ੍ਹਾ ਰੱਖ ਦੇਵੋ, ਕਿਤੇ ਗਵਾਚ ਨਾ ਜਾਵੇ ਕਿਤਾਬ, ਇਹ ਐਵੇਂ ਕਿਸੇ ਦੇ ਹੱਥ ਨਾ ਆ ਜਾਵੇ ਕਿਤਾਬ। ਇਹੋ ਜਿਹੀਆਂ ਕਿਤਾਬਾਂ ਛਪੀਆਂ, ਸੰਭਾਲਣਯੋਗ ਕਿਤਾਬਾਂ ਜਿਹੜੀਆਂ ਸੰਭਾਲ ਕੇ ਰੱਖ ਦੇਣੀਆਂ ਚਾਹੀਦੀਆਂ ਕਿਸੇ ਪਾਸੇ, ਤੁਹਾਡੇ ਟੇਬਲ ਦੇ ਉੱਤੇ ਨਹੀਂ ਨਜ਼ਰ ਆਉਣੀਆਂ ਚਾਹੀਦੀਆਂ ਜਿਹੜੀਆਂ ਕਿਤਾਬਾਂ। ਇੰਨੀਆਂ ਵਧੀਆ ਵਧੀਆ ਕਿਤਾਬਾਂ ਛਪੀਆਂ ਨੇ ਪਿਛਲੇ ਦਿਨਾਂ ਦੇ ਵਿੱਚ। ਵਧੀਆ ਤੋਂ ਮਤਲਬ ਤੁਸੀਂ ਮੇਰਾ ਸਮਝ ਗਏ ਹੋਗੇ ਕਿਉਂਕਿ ਡਾਲਰ ਲੱਗੇ ਉੱਤੇ, ਪਾਉਂਡ ਲੱਗੇ ਆ। ਇਹ ਖਾਲੀ ਗਜ਼ਲ ਦੇ ਵਿੱਚ ਨਹੀਂ ਹੈਗਾ, ਸਾਹਿਤ ਦੇ ਹਰ ਖੇਤਰ ਵਿੱਚ ਹੋ ਰਿਹਾ। ਕਹਾਣੀਆਂ ਨਾਲ ਵੀ ਇੰਜ ਹੋ ਰਿਹਾ, ਨਾਵਲਾਂ ਨਾਲ ਵੀ ਇੰਜ ਹੋ ਰਿਹਾ। ਬਾਕੀ ਰਹਿੰਦੀ ਖੁੰਦੀ ਕਸਰ ਜਿਹੜੇ NRI ਜਿਨ੍ਹਾਂ ਨੇ ਅਵਾਰਡ ਸ਼ੁਰੂ ਕੀਤੇ ਆ ਉਹ ਕੱਢੀ ਜਾਂਦੇ ਆ ਕਿ ਸਾਹਿਤ ਦਾ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਨੁਕਸਾਨ ਕਰ ਸਕਦੇ ਹਾਂ ਉਹ ਕੀਤਾ ਜਾਵੇ, ਕੋਈ ਪਿੱਛੇ ਨਾ ਰਹਿ ਜਾਵੇ। ਨਾ ਕੋਈ ਪਬਲਿਸ਼ਰ ਪਿੱਛੇ ਰਹਿ ਜਾਵੇ, ਨਾ ਕੋਈ ਕਵੀ ਪਿੱਛੇ ਰਹਿ ਜਾਵੇ, ਨਾ ਕੋਈ NRI ਪਿੱਛੇ ਰਹਿ ਜਾਵੇ, ਨਾ ਕੋਈ ਇੱਥੇ ਦੇ ਸਾਡੇ ਸੰਪਾਦਕ, ਨਾ ਕੋਈ ਸਾਡੇ ਇੱਥੇ ਦੇ ਸੁਭਾਵਾਂ ਵਾਲੇ, ਕੋਈ ਪਿੱਛੇ ਨਹੀਂ ਹਟ ਰਿਹਾ ਇਹ ਕਵਿਤਾ ਦਾ ਜਾਂ ਸਾਹਿਤ ਦਾ। ਕਹਿੰਦੇ ਅਸੀਂ ਇਹਨੂੰ ਬਿਲਕੁਲ ਗਰਕ ਕਰਕੇ ਛੱਡਣਾ ਆ ਜੋ ਅੱਜ ਦੇ ਹਾਲਾਤ ਆ ਉਹਦੇ ਹਿਸਾਬ ਨਾਲ। ਉੱਥੋਂ ਕਵਿਤਾ ਇੱਥੋਂ ਜਾਂਦੀ ਆ, ਉੱਧਰੋਂ ਡਾਲਰ ਲੱਗਦੇ ਆ, ਇੱਧਰ ਪਬਲਿਸ਼ਰ ਦੀ ਜੇਬ 'ਚ ਪੈਸੇ ਆਉਂਦੇ। ਪਬਲਿਸ਼ਰ ਇੱਧਰ ਸਭਾ ਵਾਲੇ ਨੂੰ ਕਹਿੰਦਾ ਫਲਾਨੀ ਕਿਤਾਬ ਨੂੰ ਸਨਮਾਨਿਤ ਕਰੋ। ਸਾਰਾ ਕੁਝ ਮਿਲੀ ਭੁਗਤਿਆ ਜੀ। ਕਈ ਵਾਰ ਕੇਜਰੀਵਾਲ ਯਾਦ ਆ ਜਾਂਦਾ ਇਹਨਾਂ ਨੂੰ ਦੇਖ ਕੇ, ਉਹ ਕਹਿੰਦੇ ਸਭ ਮਿਲੇ ਹੋਏ ਹੈ। ਇਹ ਸਭ ਮਿਲੇ ਹੋਏ ਆ, ਕਵਿਤਾਵਾਂ ਵੇਚਣ ਵਾਲੇ ਵੀ, ਕਵਿਤਾਵਾਂ ਛਾਪਣ ਵਾਲੇ ਵੀ, ਕਵਿਤਾਵਾਂ ਛਪਵਾਉਣ ਵਾਲੇ ਵੀ, ਇਨਾਮ ਦੇਣ ਵਾਲੇ ਵੀ, ਇਨਾਮ ਲੈਣ ਵਾਲੇ ਵੀ। ਮੈਨੂੰ ਸਮਝ ਨਹੀਂ ਆਉਂਦੀ ਕਿ ਰਾਤ ਨੂੰ ਸੌਂਦੇ ਕਿਵੇਂ ਹੋਣਗੇ। ਤੁਸੀਂ ਆਪਣੇ ਆਪ ਨੂੰ ਤਾਂ ਧੋਖਾ ਦੇ ਰਹੇ ਹੋ। ਸਾਹਿਤ ਜਿਹਨੂੰ ਅਸੀਂ ਸਾਹਿਤ ਕਹਿੰਦੇ, ਉਹਨੂੰ ਸਾਹਿਤ ਬਣਾ ਕੇ ਤੁਸੀਂ ਪੂਰੀ ਸਮਾਜ ਨੂੰ ਧੋਖਾ ਦੇ ਰਹੇ ਹੋ, ਪੂਰੇ ਸਮਾਜ ਨੂੰ। ਉਸ ਭਾਸ਼ਾ ਨੂੰ, ਉਸ ਜ਼ੁਬਾਨ ਨੂੰ ਜਿਹਦੇ 'ਚ ਤੁਸੀਂ ਲੋਰੀਆਂ ਸੁਣੀਆਂ, ਜਿਹਦੇ 'ਚ ਤੁਸੀਂ ਪਿਆਰ ਲਿਆ ਲੋਕਾਂ ਦਾ, ਤੁਸੀਂ ਉਸ ਜ਼ੁਬਾਨ ਨੂੰ ਜਿਹਦੇ 'ਚ ਤੁਸੀਂ ਤੋਤਲੀ ਜ਼ੁਬਾਨ 'ਚ ਬੋਲਣਾ ਸਿੱਖ, ਉਸ ਜ਼ੁਬਾਨ ਨੂੰ ਧੋਖਾ ਦੇ ਰਹੇ ਹੋ, ਉਸ ਸਾਹਿਤ ਨੂੰ ਧੋਖਾ ਦੇ ਰਹੇ ਹੋ, ਉਸ ਸਮਾਜ ਨੂੰ ਧੋਖਾ ਦੇ ਰਹੇ ਹੋ, ਉਸ ਦੇਸ਼ ਨੂੰ ਧੋਖਾ ਦੇ ਰਹੇ ਹੋ। ਕਾਹਦੇ ਲਈ? ਉੱਥੇ ਹੀ ਗੱਲ ਆ ਗਈ ਫਿਰ ਕਿ ਮਾਨਸਿਕਤਾ, ਜਿੰਨਾ ਚਿਰ ਮਾਨਸਿਕਤਾ ਨਹੀਂ ਬਦਲਦੀ ਉਨਾ ਚਿਰ ਇਹ ਸਾਰਾ ਕੁਝ ਹੁੰਦਾ ਹੀ ਰਹਿਣਾ। ਮੈਂ ਨਹੀਂ ਚਾਹੁੰਦਾ ਕਿ ਇੱਦਾਂ ਚੱਲੇ, ਮੈਂ ਤਾਂ ਨਹੀਂ ਚਾਹੁੰਦਾ ਇੱਦਾਂ ਚੱਲੇ। ਮੈਂ ਚਾਹੁੰਦਾ ਕਿ ਇਹ ਸਾਰੀਆਂ ਚੀਜ਼ਾਂ ਰੁਕਣੀਆਂ ਚਾਹੀਦੀਆਂ। ਲੇਕਿਨ ਮੈਂ ਕਿਹਨੂੰ ਜਾ ਕੇ ਰੋਕੂੰਗਾ? ਮੇਰਾ ਇਹ ਹਮੇਸ਼ਾ ਮੰਨਣਾ ਕਿ ਜਿੰਨਾ ਚਿਰ ਤੁਹਾਡੇ ਅੰਦਰੋਂ ਆਵਾਜ਼ ਨਹੀਂ ਨਿਕਲਦੀ ਕਿ ਯਾਰ ਮੈਂ ਗਲਤ ਕਰ ਰਿਹਾ, ਮੈਂ ਆਪਣੇ ਥੋੜ੍ਹੇ ਜਿਹੇ ਭਲੇ ਲਈ, ਛੋਟੇ ਜਿਹੇ ਸਰੋਕਾਰ ਲਈ ਐਡਾ ਵੱਡਾ ਇੱਕ ਗੁਨਾਹ ਕਰ ਰਿਹਾ, ਐਡਾ ਵੱਡਾ ਪਾਪ ਕਰ ਰਿਹਾ। ਉਹ ਪਾਪ ਇਸ ਤਰੀਕੇ ਨਾਲ ਕਿ ਮੈਂ ਇੱਕ ਬਿਲਕੁਲ ਨਿਕੰਮੇ ਬੰਦੇ ਦੇ ਨਾਂ 'ਤੇ ਕਿਤਾਬ ਛਪਵਾ ਦਿੱਤੀ ਜਿਹਨੂੰ ਕੁਝ ਨਹੀਂ ਪਤਾ ਹੈਗਾ। ਓਕੇ, ਮੇਰਾ ਤਜਰਬਾ 40 ਸਾਲਾਂ ਦਾ, 50 ਸਾਲਾਂ ਦਾ, ਉਸ ਤਜਰਬੇ ਦੇ ਨਾਲ ਜੇ ਮਾੜੀ ਜੀ ਕਿਤਾਬ ਲਿਖੂੰਗਾ, ਮਾੜੀ ਵੀ ਲਿਖੂੰਗਾ ਤਾਂ ਜਿਹੜੀ ਆ ਉਹ 20 ਸਾਲ ਦੇ ਤਜਰਬੇ ਵਾਲੀ ਤਾਂ ਲਿਖੂੰਗਾ ਹੀ। ਮੰਨ ਲਓ ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਜੋ ਵੀ ਲਿਖਦਾ, ਅਤੇ ਉਹ 20 ਸਾਲ ਦੇ ਤਜਰਬੇ ਵਾਲੀ ਤਾਂ ਲਿਖ ਕੇ ਦਊਗਾ ਘੱਟੋ ਘੱਟ। ਉਹਦੇ ਨਾਲ ਕੀ ਹੋ ਰਿਹਾ ਕਿ ਇੱਥੇ ਜਿਹੜਾ ਬੰਦਾ ਮਿਹਨਤ ਕਰ ਰਿਹਾ, ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਸਿੱਖ ਕੇ ਵਧੀਆ ਤਰੀਕੇ ਨਾਲ ਲਿਖਣਾ ਆ, ਜਿਹੜਾ ਬੰਦਾ ਰੋਜ਼ ਕਿਤਾਬਾਂ ਪੜ੍ਹਦਾ ਆ, ਜਿਹੜਾ ਬੰਦਾ ਰੋਜ਼ ਮਿਹਨਤ ਕਰਦਾ ਆ, ਜਿਹੜਾ ਬੰਦਾ ਇੰਨਾ ਅਭਿਆਸ ਕਰ ਰਿਹਾ ਕਿ ਮੈਨੂੰ ਗਜ਼ਲ ਆ ਜਾਵੇ ਜਾਂ ਮੈਨੂੰ ਸ਼ਾਇਰੀ ਕਹਿਣੀ ਆ ਜਾਵੇ, ਮੈਨੂੰ ਸ਼ੇਅਰ ਕਹਿਣਾ ਆ ਜਾਵੇ, ਉਸ ਬੰਦੇ ਨਾਲ ਵੀ ਧੋਖਾ ਹੋ ਰਿਹਾ। ਉਹਦਾ ਤੁਸੀਂ ਇੱਕ ਪੂਰੇ ਕਹਿ ਸਕਦੇ ਹਾਂ ਕਿ ਉਹਦਾ ਕੈਰੀਅਰ ਜਾਂ ਉਹਦੀ ਮਿਹਨਤ ਉੱਤੇ ਪਾਣੀ ਫੇਰ ਰਹੇ ਹੋ। ਇੱਕ ਇਹੋ ਜਿਹੇ ਸ਼ਖਸ ਦੇ ਨਾਂ 'ਤੇ ਕਿਤਾਬ ਛਾਪ ਕੇ ਜਿਹਨੂੰ ਕੁਝ ਪਤਾ ਹੀ ਨਹੀਂ, ਜਿਹਨੂੰ ਸ਼ਾਇਰੀ ਦਾ ਪਤਾ ਨਹੀਂ ਹੈਗਾ ਕਿ ਈੜੀ ਪੈਣੀ ਯਈਆ ਪੈਣਾ ਸ਼ਾਇਰੀ ਦੇ ਵਿੱਚ,
ਕੀ ਪੈਣਾ ਕੀ ਹੈ ਵਿੱਚ, ਐਨ ਦੇ ਨਾਲ ਲਿਖ ਹੁੰਦੀ ਆ ਕਿ ਅਲਫ ਦੇ ਨਾਲ ਲਿਖ ਹੁੰਦੀ ਵਿੱਚ। ਗੱਲ ਇਹ ਆ ਵੀ ਬਸ ਅੰਦਰੋਂ ਆਵਾਜ਼ ਨਿਕਲਣ ਦੀ ਗੱਲ ਹੈ। ਮੈਂ ਤਾਂ ਕਿਸੇ ਨੂੰ ਹੱਥ ਤਾਂ ਫੜ ਨਹੀਂ ਸਕਦਾ ਕਿਸੇ ਦਾ, ਕਿਉਂਕਿ ਅਗਲਾ ਕਹਿ ਦੂ ਵੀ ਭਾਈ ਤੇਰਾ ਕੀ ਨੁਕਸਾਨ ਕਰਦਾ ਮੈਂ। ਠੀਕ ਹੈ, ਇਹ ਅੱਜ ਦੀ ਗੱਲ ਨਹੀਂ ਹੈਗੀ, ਬਹੁਤ ਸਾਲਾਂ ਤੋਂ ਹੋ ਰਿਹਾ ਹੈ, ਬਹੁਤ ਸਾਲਾਂ ਤੋਂ ਹੋ ਰਿਹਾ। ਪਹਿਲਾਂ ਯੂਰਪ ਵਿੱਚ ਜਾਂ ਅਮਰੀਕਾ ਵਿੱਚ ਘੋਸਟ ਰਾਈਟਿੰਗ ਦੇ ਨਾਂ 'ਤੇ ਸਾਰਾ ਕੁਝ ਹੁੰਦਾ ਸੀਗਾ। ਠੀਕ ਹੈ ਜੀ, ਉੱਥੇ ਹੁਣ ਵੀ ਸ਼ਾਇਦ ਚੱਲਦਾ ਹੋਏਗਾ, ਮੈਨੂੰ ਪਤਾ ਨਹੀਂ ਉਹਦੇ ਬਾਰੇ ਹੁਣ ਦਾ, ਕਿਉਂਕਿ ਪਿੱਛੇ ਜੇ ਮੈਨੂੰ ਇੱਕ ਲੈਟਰ ਜ਼ਰੂਰ ਆਇਆ ਸੀ ਕਿ ਜੇ ਤੁਹਾਨੂੰ ਰਾਈਟਰ ਚਾਹੀਦਾ ਤਾਂ ਤੁਹਾਡੇ ਨਾਮ 'ਤੇ ਕਿਤਾਬ ਛਪਾਉਣ ਲਈ ਅੰਗਰੇਜ਼ੀ ਦੇ ਵਿੱਚ, ਇੱਦਾਂ ਦਾ ਮੈਨੂੰ ਜਾਣੀ ਮੇਲ ਆਈ ਸੀਗੀ। ਇੱਦਾਂ ਦਾ ਹੁੰਦਾ ਆ ਘੋਸਟ ਰਾਈਟਿੰਗ ਜਿਹੜੀ ਹੁੰਦੀ ਆਈ ਆ। ਗੀਤਕਾਰੀ ਜਿਹੜੀ ਆ ਪੰਜਾਬੀ ਦੀ, ਇਹ 'ਚ ਵੀ ਬਹੁਤ ਕੁਝ ਇਹੋ ਜਿਹਾ ਹੋਇਆ ਕਿ ਜਿਹੜੇ ਪੈਸੇ ਵਾਲੇ ਗੀਤਕਾਰ ਸੀਗੇ ਉਹਨਾਂ ਨੇ ਇੱਧਰੋਂ ਨਵਿਆਂ ਲਿਖਣ ਵਾਲਿਆਂ ਤੋਂ ਗੀਤ ਲੈ ਲੈ ਕੇ ਆਪਣੇ ਨਾਮ 'ਤੇ ਛਪਵਾਏ ਔਰ ਰਿਕਾਰਡ ਕਰਵਾਏ ਆ, ਪੈਸੇ ਵੀ ਕਮਾਏ ਉਹਨਾਂ ਨੇ। ਅਤੇ ਨਵੇਂ ਗੀਤਕਾਰਾਂ ਨੂੰ ਹੋ ਸਕਦਾ 4 ਪੈਸੇ ਵੀ ਦਿੱਤੇ ਹੋਣਗੇ। ਲੇਕਿਨ ਜੇ ਉਹੀ ਗੀਤਕਾਰ ਸਿੱਧਾ ਆਪਣਾ ਕੁਝ ਪੇਸ਼ ਕਰਦਾ, ਨਾਮ ਉਹਦਾ ਹੁੰਦਾ ਆ, ਤਾਂ ਉਹਦਾ ਤੁਸੀਂ ਦੇਖੋ ਵੀ ਉਹਨੂੰ ਕਿੰਨਾ ਵੱਲ ਮਿਲਦਾ ਅੱਗੇ ਵਧਣ ਦਾ, ਜਾਂ ਉਹ ਸਮਾਜ ਲਈ ਜਾਂ ਸਾਹਿਤ ਲਈ ਕਿੰਨਾ ਕੁਝ ਕਰ ਸਕਦਾ ਹੈ। ਜਦੋਂ ਉਹਨੂੰ ਨਾਲ ਧੋਖਾ ਹੁੰਦਾ, ਉਹਨੂੰ ਪਤਾ ਲੱਗਦਾ ਯਾਰ ਮੇਰੇ ਨਾਲ ਆਹ ਹੋ ਰਿਹਾ। ਹੁਣ ਜਿਹੜੇ ਚੰਗੇ ਲਿਖਣ ਵਾਲੇ ਮੁੰਡੇ ਆ ਇੱਥੇ, ਉਹ ਕੀ ਮਹਿਸੂਸ ਕਰਦੇ ਹੋਣਗੇ? ਉਹ ਇਹੀ ਮਹਿਸੂਸ ਕਰਦੇ ਹੋਣਗੇ ਯਾਰ ਫਲਾਨੇ ਦੀ ਕਿਤਾਬ ਇੰਨੀ ਵਧੀਆ ਆ ਗਈ, ਜੇ ਕੱਲ੍ਹ ਤਾਂ ਅੱਜ ਲਿਖਣਾ ਸ਼ੁਰੂ ਕੀਤਾ ਫੇਸਬੁੱਕ 'ਤੇ, ਜੇ ਕੱਲ੍ਹ ਉਹਦੀ ਗਜ਼ਲ ਸੀਗੀ ਬੇਬੈਰੀ ਸੀਗੀ। ਮੈਂ ਦੇਖਿਆ ਮੇਰੇ ਦੇਖਦਿਆਂ ਹੀ ਕਿੰਨੇ ਕੁ ਸਾਲ ਹੋਏ ਕਿਤੇ ਆ ਫੇਸਬੁੱਕ 'ਤੇ ਅਜੇ 3-4 ਸਾਲ ਪਹਿਲਾਂ ਕਈ ਮੈਂ ਦੇਖੇ ਆ, ਬੇਬੈਰੀਆਂ, ਬੇਵਜਨ, ਬੇਤੁਕੀਆਂ, ਬੇਰਬਤ ਗਜ਼ਲ ਦੇ ਨਾਂ 'ਤੇ ਕਹਾਣੀਆਂ ਛਪੀਆਂ ਹੋਈਆਂ। ਅੱਜ ਉਹਨਾਂ ਨੇ 3-3 ਕਿਤਾਬਾਂ ਆਈਆਂ। ਐਡੇ ਮਿਹਨਤੀ ਹੈ ਨਹੀਂ ਗੇ, ਮੈਨੂੰ ਵੀ ਪਤਾ ਕਿ ਬਾਹਰ ਜਿਹੜਾ ਸਾਰੀ ਦਿਹਾੜੀ ਗੱਡੀਆਂ ਚਲਾ ਕੇ ਤਾਂ ਨਹੀਂ ਇੰਨਾ ਟਾਈਮ ਲੱਗਦਾ ਹੈਗਾ ਕਿ ਗਜ਼ਲ ਲਿਖ ਲਈ ਜਾਵੇ, ਇੰਨੀਆਂ ਕਿਤਾਬਾਂ ਛਪਵਾ ਲਈਆਂ ਜਾਣ, ਇਸ ਗੱਲ ਦਾ ਪਤਾ। ਇਹ ਐਕਸਪੋਰਟਡ ਜਿਹੜੀਆਂ ਇੱਥੋਂ ਗਜ਼ਲਾਂ ਆ ਉਹੀ ਸੀਗੀਆਂ। ਇਸ ਸਮਾਜ ਦਾ ਨੁਕਸਾਨ ਕਰ ਰਹੇ, ਸਾਹਿਤ ਦਾ ਨੁਕਸਾਨ ਕਰ ਰਹੇ, ਸਿਰਫ ਛੋਟੇ ਸਰੋਕਾਰਾਂ ਲਈ। ਮੈਨੂੰ ਪਤਾ ਆ ਕਿ ਇਹ ਜਿਹੜੇ ਲੋਕ ਨੇ ਇਹ ਕਦੇ ਸੁਧਰਨ ਵਾਲੇ ਨਹੀਂ ਹੈਗੇ, ਕਿਉਂਕਿ ਜੇ ਸੁਧਰਨੇ ਹੁੰਦੇ ਤਾਂ ਹਰ ਸ਼ਾਮ ਨੂੰ, ਜਿੱਦਾਂ ਮੈਂ ਸੌਣ ਤੋਂ ਪਹਿਲਾਂ ਸੋਚਦਾ ਕਿ ਮੈਂ ਅੱਜ ਕੀ ਗਲਤ ਕੀਤਾ, ਕੀ ਸਹੀ ਕੀਤਾ, ਇਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ। 2 ਤਰੀਕੇ ਹੁੰਦੇ, ਇੱਕ ਪਛਤਾਪ ਹੁੰਦਾ, ਠੀਕ ਹੈ ਨਾ, ਇੱਕ ਪ੍ਰਾਸ਼ਚਿਤ ਹੁੰਦਾ। ਇਹਨਾਂ 'ਚ ਦੋਨੇ ਹੀ ਨਹੀਂ ਕਰਨ ਵਾਲੇ। ਨਾ ਇਹਨਾਂ ਨੂੰ ਪ੍ਰਾਸ਼ਚਿਤ ਕਰਨਾ ਇਸ ਚੀਜ਼ ਦਾ, ਨਾ ਇਹਨਾਂ ਨੂੰ ਕੋਈ ਪਛਤਾਪ ਆ। ਇਹ ਲੋਕ ਛੋਟੇ ਸਰਕਾਰਾਂ ਲਈ, ਛੋਟੇ ਸਰੋਕਾਰਾਂ ਲਈ ਵਿਕਣ ਵਾਲੇ, ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਸਿਰਫ ਆਪਣਾ ਆਪ ਦੇਖਦੇ ਆ। ਅਤੇ ਉਹ ਜਿਹੜੇ ਅੱਗਿਓਂ ਇੰਪੋਰਟਡ ਮਾਲ ਖਰੀਦਣ ਵਾਲੇ ਆ, ਉਹ ਤੁਹਾਨੂੰ ਪਤਾ ਹੀ ਹੈ, ਫਿਰ ਉਹਨਾਂ ਦੀ ਤਾਂ ਮਾਨਸਿਕਤਾ ਇਹ ਹੈ, ਉਹ ਤਾਂ ਚਾਹੁੰਦੇ ਆ ਕਿ ਸਾਨੂੰ ਇੱਦਾਂ ਦਾ ਕੁਝ ਮਿਲੇ, ਅਸੀਂ ਰਾਤੋਂ ਰਾਤ ਹਾਈਲਾਈਟ ਹੋ ਜਾਈਏ, ਰਾਤੋਂ ਰਾਤ ਅਸੀਂ ਉਸਤਾਦ ਬਣ ਜਾਈਏ। ਖੈਰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਜਦੋਂ ਮੈਂ ਸ਼ੁਰੂ ਕੀਤਾ, ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਮੈਂ ਮਿੰਨੀ ਕਹਾਣੀ ਤੋਂ ਸ਼ੁਰੂ ਕੀਤਾ, ਫਿਰ ਮੈਂ ਗੀਤਕਾਰੀ ਵੱਲ ਆਇਆ, ਕਵਿਤਾ ਲਿਖੀ, ਖੁੱਲ੍ਹੀ ਕਵਿਤਾ ਵੀ ਲਿਖੀ, ਐਂਟਰਮਾਰਕਾ ਕਵਿਤਾ ਵੀ ਲਿਖੀ। ਮੈਂ ਐਂਟਰਮਾਰਕਾ ਕਵਿਤਾ ਤੁਸੀਂ ਸਮਝਦੇ ਹੋ, ਐਂਟਰਮਾਰਕਾ ਕਵਿਤਾ ਵੀ ਲਿਖੀ ਅਤੇ ਗੀਤਕਾਰੀ ਵੀ ਕੀਤੀ, ਗੀਤ ਰਿਕਾਰਡ ਵੀ ਹੋਏ ਆ, ਬਹੁਤ ਕੁਝ ਹੋਇਆ। ਜਦੋਂ ਗੱਲ ਗਜ਼ਲ ਦੀ ਆਈ, ਮੈਨੂੰ ਇੰਝ ਲੱਗਿਆ ਕਿ ਇਹ ਉਹ ਚੀਜ਼ ਆ ਜਿਹੜੀ ਮੈਂ ਅਤੇ ਉਹ ਇੱਕਮਿਕ ਹੋ ਸਕਦੇ ਹਾਂ। ਨਾ ਮੈਂ ਉਹ ਤੋਂ ਵੱਖ ਹੋ ਸਕਦਾ, ਨਾ ਉਹ ਮੇਰੇ ਤੋਂ ਵੱਖ ਹੋ ਸਕਦੀ ਆ। ਫਿਰ ਜਦੋਂ ਗੱਲ ਆਈ ਅਰੂਜ਼ ਦੀ, ਬਹਿਰਾਂ ਦੀ ਗੱਲ ਆਉਂਦੀ ਆ, ਉਸਤਾਦ ਸਾਹਿਬ ਕੋਲ ਮੈਂ ਮੇਰਾ ਖਿਆਲ 6 ਜਾਂ 7 ਗਜ਼ਲਾਂ ਉਹਨਾਂ ਕੋਲੋਂ ਠੀਕ ਕਰਵਾਈਆਂ ਹੋਣੀਆਂ। ਕੋਈ ਜ਼ਿਆਦਾ ਮੈਨੂੰ ਉਹਨਾਂ ਦਾ ਸਾਥ ਨਹੀਂ ਪ੍ਰਾਪਤ ਹੋ ਸਕਿਆ, ਉਹ ਜਲਦੀ ਰੱਬ ਨੂੰ ਪਿਆਰੇ ਹੋ ਗਏ। ਉਹਨਾਂ ਦੀ ਦੇਣ ਬਹੁਤ ਹੈ ਮੈਨੂੰ, ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਿਹਾ। ਮੈਂ ਅੱਜ ਵੀ ਮੰਨਦਾ ਕਿ ਉਹ ਮੇਰੇ ਅੰਗ ਸੰਗ ਆ, ਕਿਉਂਕਿ ਜਦੋਂ ਵੀ ਮੈਂ ਕੁਝ ਨਵਾਂ ਕਰਨ ਬਾਰੇ ਸੋਚਦਾ, ਮੈਂ ਉਸ ਚੀਜ਼ ਬਾਰੇ ਸੋਚਦਾ ਜੋ ਮੈਂ ਪਹਿਲਾਂ ਕੀਤੀ ਸੀ, ਜੋ ਮੈਂ ਪਹਿਲਾਂ ਸਿੱਖੀ ਸੀ। ਬਾਕੀ ਬਹੁਤ ਖਲਾਰਾ ਆ ਇਹਦੇ 'ਚ, ਅਰੂਜ ਦਾ ਜਿਹੜਾ ਆ, ਬਹੁਤ ਲੋਕਾਂ ਨੇ ਇਹਨੂੰ ਬਣਾ ਕੇ ਰੱਖ ਦਿੱਤਾ ਆ ਕਿ ਇਹ ਬਹੁਤ ਮੁਸ਼ਕਿਲ ਆ। ਮੁਸ਼ਕਿਲ ਕੁਝ ਨਹੀਂ ਹੈਗਾ। ਤੁਹਾਨੂੰ ਸਿਰਫ 2 ਚੀਜ਼ਾਂ ਜਿਹੜੀਆਂ ਸਾਨੂੰ ਵਿਰਾਸਤ ਵਿੱਚ ਮਿਲੀਆਂ ਹੋਈਆਂ, ਲਘੂ ਗੁਰੂ ਜਾਂ ਜਿਹੜੇ ਛੰਦ ਸਾਨੂੰ ਮਿਲੇ ਆ ਵਿਰਾਸਤ ਵਿੱਚ ਪੰਜਾਬੀ ਦੇ ਵਿੱਚ,
ਉਹ ਚੀਜ਼ਾਂ ਤੁਹਾਨੂੰ ਜੇ ਦੋ ਚੀਜ਼ਾਂ ਦਾ ਪਤਾ ਲੱਗ ਗਿਆ, ਲਘੂ ਕੀ ਹੈ ਤੇ ਗੁਰੂ ਕੀ ਹੈ ਨਾ, ਤੁਸੀਂ ਜਿੰਨੀਆਂ ਮਰਜ਼ੀ ਬਹਿਰਾਂ 'ਚ ਲਿਖ ਲਓ, ਜਿੰਨੇ ਮਰਜ਼ੀ ਛੰਦਾਂ 'ਚ ਲਿਖ ਲਓ, ਬਹੁਤ ਆਸਾਨ ਹੈ। ਮੈਂ ਇਸੇ ਕਰਕੇ ਹੀ ਇਸ ਪਾਸੇ ਨੂੰ ਆਇਆ ਕਿ ਮੈਂ ਦੱਸਾਂ ਕਿ ਇਹ ਜੋ ਐਡਾ ਵੱਡਾ ਤੁਸੀਂ ਇਹ ਬਣਾ ਦਿੱਤਾ ਹਊਆ, ਇਹ ਹਊਆ ਕੁਝ ਨਹੀਂ ਹੈਗਾ, ਇਹ ਕੁਝ ਵੀ ਨਹੀਂ ਹੈਗਾ। ਇਹ ਜਿਹੜੇ ਸਾਕਨ ਮੁਤਹਰਕ ਜਹਾਫਾਂ ਲਟਨ ਪਟਨ ਮੈਨੂੰ ਤਾਂ ਖੁਦ ਨੂੰ ਯਾਦ ਨਹੀਂ ਹੈਗਾ, ਤੇ ਮੈਨੂੰ ਪਤਾ ਨਹੀਂ ਇਹ ਐਡੀ ਐਡੀਆਂ ਕਿਤਾਬਾਂ ਲਿਖਣ ਵਾਲਿਆਂ ਨੂੰ ਸ਼ਾਇਦ ਰੱਬ ਨੇ ਐਡੀ ਤੌਫੀਕ ਦਿੱਤੀ ਹੋਵੇ ਕਿ ਉਹ ਸਾਰਾ ਕੁਝ ਉਹਨਾਂ ਦੇ ਦਿਮਾਗ ਦੇ ਵਿੱਚ ਹੋਵੇ ਕਿ ਕਿਹੜੀ ਜਹਾਫ ਲੱਗ ਕੇ ਤੇ ਕੀ ਬਣ ਜਾਂਦਾ। ਇਹ ਚੀਜ਼ਾਂ ਜਿਹੜੀਆਂ ਮੈਂ ਇਹਨਾਂ ਚੀਜ਼ਾਂ 'ਚ ਪਿਆ ਨਹੀਂ, ਇਹ ਸਾਰੀਆਂ ਮੈਂ ਕੱਢ ਦਿੱਤੀਆਂ ਦਿਮਾਗ 'ਚੋਂ, ਨਹੀਂ ਰੱਖਦਾ ਨਾ ਕਿਸੇ ਜਹਾਫ ਦਾ ਨਾਮ, ਨਾ ਕਿਸੇ ਬਹਿਰ ਦਾ ਨਾਮ। ਮੇਰੇ ਦਿਮਾਗ 'ਚ ਕੀ ਰਹਿੰਦਾ ਹਮੇਸ਼ਾ, ਸਿਰਫ ਦੋ ਚੀਜ਼ਾਂ, ਲਘੂ ਤੇ ਗੁਰੂ, ਬਸ ਇਹ ਦੋ ਚੀਜ਼ਾਂ ਆ। ਇਹ ਨਵੀਆਂ ਬਹਿਰਾਂ, ਨਵੇਂ ਵਜਨ ਬਣਾਉਣੇ, ਜਦੋਂ ਮੈਂ ਬਣਾਏ ਨਾ, ਕਈ ਬਹਿਰਾਂ ਅਰਬੀ ਦੀਆਂ ਇਹੋ ਜਿਹੀਆਂ ਸੀਗੀਆਂ ਅਨਟੱਚ, ਜਿਨ੍ਹਾਂ ਬਾਰੇ ਪੰਜਾਬੀ ਦੇ ਵਿੱਚ ਪਤਾ ਹੀ ਨਹੀਂ। ਇੱਕ ਵਾਰ ਇੱਕ ਗਜ਼ਲ ਮੈਂ ਉਸ ਬਹਿਰ ਦੇ ਵਿੱਚ ਲਿਖ ਕੇ ਸੋਚਿਆ ਵੀ ਕਿਸੇ ਉਸਤਾਦ, ਬੜੀ ਪੁਰਾਣੀ ਗੱਲ ਹੈ, ਜਦੋਂ ਹੁਣੀ ਗੱਲ ਇਹ 97-98 ਦੀ ਗੱਲ, ਵੀ ਕਿਸੇ ਉਸਤਾਦ ਸਾਹਿਬ ਨੂੰ ਦਿਖਾੜ ਲਈ ਜਾਵੇ। ਅਤੇ ਫੋਨ ਕੀਤਾ ਮੈਂ ਬਾਅਦ 'ਚ, ਉਹ ਕਹਿੰਦੇ ਬਈ ਗਾਫਲ ਮੈਂ ਤਾਂ ਸੋਚਦਾ ਸੀ ਤੈਨੂੰ ਬਹੁਤ ਕੁਝ ਪਤਾ, ਤੈਨੂੰ ਤਾਂ ਬਹਿਰ ਹੀ ਨਹੀਂ ਪਤਾ ਹੈਗੀ, ਤੈਨੂੰ ਤਾਂ ਬਹਿਰ ਵਜਨ ਬਾਰੇ ਨਹੀਂ ਪਤਾ। ਉੱਥੇ ਕੀ ਗੱਲ ਹੋ ਜਾਂਦੀ ਆ ਕਿ ਉਹ ਬਹਿਰ ਹੈਗੀ ਬਿਲਕੁਲ ਨਵੀਂ, ਜਿਹਦੇ ਤੋਂ ਸਾਡੇ ਉਸਤਾਦ ਜਿਹੜੇ ਲੋਕ ਸੀਗੇ ਅਣਜਾਣ ਸੀ, ਜਾਂ ਜਿਹੜੇ ਇੱਥੇ ਲਿਖਣ ਵਾਲੇ ਅਣਜਾਣ ਸੀ, ਉਹ ਕਹਿੰਦੇ ਬਹਿਰ ਹੀ ਨਹੀਂ ਹੈਗੀ। ਮੇਰਾ ਇਹ ਮੰਨਣਾ ਆ ਕਿ ਬਹਿਰਾਂ ਕੋਈ ਇੱਦਾਂ ਦੀ ਚੀਜ਼ ਨਹੀਂ ਹੈਗੀ ਕਿ ਅਸੀਂ ਉਹਨਾਂ 'ਚ ਤਬਦੀਲੀ ਨਹੀਂ ਕਰ ਸਕਦੇ ਹੈਗੇ। ਉਹ ਕੋਈ ਰੱਬੀ ਕਿਤਾਬ ਤਾਂ ਹੈ ਨਹੀਂ ਗੀ, ਇਹ ਮੀਟਰ ਆ, ਕਿਸੇ ਨੂੰ ਛੋਟਾ ਮੀਟਰ, ਕਿਸੇ ਨੂੰ ਵੱਡਾ ਮੀਟਰ, ਗੱਲ ਤੁਸੀਂ ਕਿੰਨੇ ਦੇ ਵਿੱਚ ਕਹਿ ਸਕਦੇ ਹੋ। ਉਹ ਇਸੇ ਤਰੀਕੇ ਨਾਲ ਮੈਂ ਫਿਰ ਬਹਿਰਾਂ ਅਤੇ ਛੰਦਾਂ ਦੇ ਵਿੱਚ ਜਿਹੜੀ ਨਾ ਸਮਾਨਤਾ ਉਹ ਲੱਭੀ। ਕੰਠਾ ਭੂਸ਼ਣ ਇੱਕ ਛੰਦ ਆ, ਉਹ ਮੈਂ ਜਦੋਂ ਪੜ੍ਹਿਆ ਤਾਂ ਮੈਂ ਉਹਨੂੰ ਸੋਚਿਆ ਕਿ ਇਹਨੂੰ ਮੈਂ ਜੇ ਇਸ ਤਰੀਕੇ ਨਾਲ ਕਰਾਂ ਤਾਂ ਇਹਦਾ ਆਹ ਜਿਹੜੇ ਰੁਕਨ ਆ ਉਹ ਬਣਦੇ ਆ। ਤਾਂ ਮੈਂ ਉਹ ਰੁਕਨ ਬਣਾ ਕੇ ਉਹ ਰੁਕਨਾਂ ਦੇ ਹਿਸਾਬ ਨਾਲ ਉਹਨੂੰ ਐਨ ਪੂਰੀ ਲਘੂ ਗੁਰੂ ਰੁਕਨ ਦੇ ਹਿਸਾਬ ਨਾਲ, ਉਸ ਤੋਂ ਬਾਅਦ ਕੀ ਕੀਤਾ ਕਿ ਜਿਹੜਾ ਰੁਕਨ ਦੇ ਹਿਸਾਬ ਨਾਲ ਹੀ ਸ਼ਬਦ ਰੁਕਨ ਦੇ ਵਿੱਚ ਹੀ ਖਤਮ ਹੋਵੇ, ਯਾਨੀ ਇੱਕ ਬੰਦਿਸ਼ ਆਪਣੇ ਵੱਲੋਂ ਬਣਾ ਲਈ। ਉਹ ਇਸ ਲਈ ਬਣਾਈ ਕਿ ਇਹ ਬੰਦਿਸ਼ਾਂ ਕੁਝ ਵੀ ਨਹੀਂ ਹੈਗੀਆਂ ਜਿਨ੍ਹਾਂ ਦਾ ਇੰਨਾ ਜ਼ਿਆਦਾ ਰੌਲਾ ਆ, ਬਹੁਤ ਇਹਦੇ 'ਚ ਖੁੱਲ੍ਹਾਂ ਲਈਆਂ ਗਈਆਂ। ਅੱਖਰ ਗਿਰਾਉਣ ਦਾ ਵਿਧਾਨ, ਇਹ ਉਹ ਲਟਰਨ ਪਟਰਨ, ਅਸੀਂ ਉੱਪਰ ਤਾਂ ਜਹਾਫ ਲਾ ਕੇ ਲਿਖ ਦਿੰਦੇ ਹਾਂ ਕਿ ਫਲਾਨੀ ਬਹਿਰ 'ਚ ਆਹ ਜਹਾਫ ਲੱਗਾ ਆ, ਇਹਨੂੰ ਅਸੀਂ ਮੁਤਹਰਕ ਨੂੰ ਸਾਕਿਨ ਕਰ ਲਿਆ ਤਾਂ ਸਾਕਿਨ ਦਾ ਮੁਤਹਰਕ ਹੋ ਗਿਆ, ਚੌਥੇ 'ਤੇ ਆਹ ਜਹਾਫ ਲੱਗ ਗਏ, ਪੰਜਵੇਂ ਆਹ ਜਹਾਫ ਲੱਗ ਗਏ। ਇਹ ਜਿਹੜੀਆਂ ਗੱਲਾਂ ਐਵੇਂ ਕਹਿ ਸਕਦੇ ਕਿ ਇੱਕ ਜਿੱਦਾਂ ਫਾਰਮੂਲੇ ਨਹੀਂ ਦਵਾਈਆਂ ਦੇ ਲਿਖੇ ਹੁੰਦੇ ਸੀ ਕਿ ਆਹ ਚੀਜ਼ ਅਤੇ ਉਹ ਚੀਜ਼, ਬਹੁਤ ਵੱਡਾ ਫਾਰਮੂਲਾ ਹੀ ਬਣਾ ਲਿਆ ਬਿਨਾਂ ਗੱਲ ਤੋਂ। ਗੱਲ ਕੀ, ਮੈਂ ਤਾਂ ਸਿੱਧਾ ਮੰਨਦਾ, ਉਹ ਜਦੋਂ ਮੈਂ ਉਹਨੂੰ ਰੁਕਨ ਦੇ ਵਿੱਚ ਲਿਖਿਆ ਨਾ, ਰੁਕਨ ਵਾਈਜ਼, ਤਾਂ ਬਹੁਤ ਵਧੀਆ ਬਣੀ ਉਹ ਲੋਕਾਂ ਨੇ ਸਲਾਹੀ ਵੀ ਉਸ ਚੀਜ਼ ਨੂੰ। ਫਿਰ ਮੈਂ ਕੀਤਾ ਕਿ ਇਹ ਜਦੋਂ ਇਹ ਗਿਰਾਉਂਦੇ ਆ, ਕਿਉਂ ਗਿਰਾਉਂਦੇ ਆ, ਉਹਨੂੰ ਕਿਉਂ ਨਹੀਂ ਅਸੀਂ ਬਹਿਰ ਦੇ ਹਿਸਾਬ ਨਾਲ ਲਿਖ ਸਕਦੇ ਹੈਗੇ ਪੂਰਾ। ਜੇ ਬਹਿਰ ਬਣੀ ਆ, ਜੇ ਉੱਥੇ ਕੰਨਾ ਲੱਗਣਾ ਤਾਂ ਉਹ ਲੱਗਣਾ ਚਾਹੀਦਾ, ਉਹ ਕਿਉਂ ਗਿਰਨਾ ਚਾਹੀਦਾ, ਉਹ ਬੋਲਣਾ ਚਾਹੀਦਾ। ਫਿਰ ਮੈਂ ਇਹ ਵੀ ਕੋਸ਼ਿਸ਼ ਕੀਤੀ ਉਹਦੇ ਵਿੱਚ ਇਹੋ ਜਿਹੀਆਂ ਬਹਿਰਾਂ 'ਚ ਲਿਖਿਆ, ਜਿਵੇਂ ਬਹੁਤ ਵੱਡੇ ਵੱਡੇ ਉਸਤਾਦ ਸ਼ਾਇਰਾਂ ਨੇ ਲਿਖਿਆ। ਮੁਤਫਾਇਲਨ ਇੱਕ ਰੁਕਨ ਆ, ਮੁਤਫਾਇਲਨ 4 ਵਾਰ, ਜਿਸ 'ਚ ਪੰਜਾਬੀ ਦੇ ਕੀ, ਉਰਦੂ ਦੇ ਕੀ, ਫਾਰਸੀ ਦੇ ਬਹੁਤ ਸਾਰੇ ਸ਼ਾਇਰਾਂ ਨੇ ਲਿਖਿਆ ਔਰ ਗਿਰਾ ਕੇ ਹੀ ਲਿਖਿਆ ਮੁਤਫਾਇਲਨ, ਕਿਉਂਕਿ ਉਹ ਦੋਨੇ ਜਿਹੜੇ ਪਹਿਲੇ ਹੈਗੇ ਆ ਮੁੱਤੂ, ਜਿਹੜੇ ਦੋਨੇ ਮੁਤਹਰਕ ਆ, ਜਿਹੜਾ ਫਾਇਲਨ ਦਾ ਜਿਹੜਾ ਫੇ ਆ ਉਹ ਵੀ ਮੁਤਹਰਕ, 3 ਮੁਤਹਰਕ ਇਕੱਠੇ ਆ ਜਾਂਦੇ ਆ। ਤਾਂ ਪੰਜਾਬੀ ਦੇ ਵਿੱਚ 3 ਮੁਤਹਰਕ ਇਕੱਠੇ ਲਿਆਉਣੇ ਹੈ ਨਹੀਂ ਗੇ ਸ਼ਬਦ ਇਹੋ ਜਿਹਾ ਕੋਈ ਵੀ, ਜੇ ਦੇਖਿਆ ਜਾਵੇ। ਅਸੀਂ ਹੁਣ ਉਹਨੂੰ ਫੇਲਨ ਹੀ ਮੰਨਦੇ ਹਾਂ, ਅਸੀਂ ਫੇਲਨ ਨਹੀਂ ਮੰਨਦੇ ਹੈਗੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਜੇ ਵਰਕਸ਼ਾਪ ਹੋਵੇ ਨਾ, ਉੱਥੇ ਸਾਰੀਆਂ ਗੱਲਾਂ ਇਹ ਕਲੀਅਰ ਹੋ ਸਕਦੀਆਂ ਕਿ ਮੈਂ ਸਾਹਮਣੇ ਕਰਕੇ ਦਿਖਾ ਲਾਂ ਵੀ ਤੁਸੀਂ ਆਹ ਜਿਹੜੇ ਉਸਤਾਦ ਸ਼ਾਇਰ ਜਿਹੜੇ ਕਹਿੰਦੇ ਕਿ ਇਹ ਚੀਜ਼ ਇੱਦਾਂ, ਉਹ ਉੱਥੇ ਅਸੀਂ ਕਿੱਥੇ ਗਲਤ ਆ, ਕਿੱਥੇ ਸਹੀ ਆ, ਉਹ ਸਾਰੀਆਂ ਚੀਜ਼ਾਂ ਬੈਠ ਕੇ ਔਰ ਵਰਕਸ਼ਾਪ ਵਿੱਚ ਹੋਣ ਵਾਲੀਆਂ ਗੱਲਾਂ। ਇੱਥੇ ਤਾਂ ਮੈਂ ਸਿਰਫ ਹੁਣ ਜੋ ਬੋਲ ਰਿਹਾ, ਮੈਨੂੰ ਲੱਗਦਾ ਮੈਂ ਖੁਦ ਵੀ ਕਿ ਕੀ ਬੋਲ ਰਿਹਾ ਮੈਂ। ਕਹਿਣ ਦਾ ਮਤਲਬ ਕਿ ਬਹਿਰਾਂ ਬਣਾਉਣੀਆਂ
कोई औखा काम नहीं हैगा, वजन बनाने कोई औखा काम नहीं हैगा। सिर्फ तुहानू लघु ते गुरु की समझ आ ना तो तुसी 1000 बहरां दे विच लिख सकते हो। तो दूसरी गल मेरा ये मनना कि बहरां ज़्यादा सीखण की भी लोड़ नहीं हैगी। कंटेंट तुहाडा वो होना चाहिए। जिवें वारिस शाह ने सिर्फ बैत दे विच ही लिख दी हीर, ਉਹਦਾ ਕੰਟੈਂਟ ਦੀ ਗੱਲ ਹੁੰਦੀ, ਕਦੇ ਅਸੀਂ ਬਹਿਰ ਬਾਰੇ ਉਹਦੀ ਗੱਲ ਹੀ ਨਹੀਂ ਕਰਦੇ ਹੈਗੇ। ਕਿਹੜੀ ਉਹਨੇ ਬਹਿਰਾਂ ਕਿਉਂ ਨਹੀਂ ਲਿਖਿਆ? ਕਿ ਉਹ ਤਾਂ ਆਪ ਕਹਿੰਦਾ ਕਿ ਤੁਹਾਨੂੰ ਇਲਮ ਅਰੂਜ ਸਿਖਾਈਏ ਜੀ। ਉਹਨੂੰ ਕਿਤੇ ਇਲਮ ਅਰੂਜ ਨਹੀਂ ਸੀ ਆਉਂਦਾ ਸੀ, ਸਾਰਾ ਕੁਝ ਆਉਂਦਾ ਸੀ। ਗੱਲ ਕੀ ਆ ਕਿ ਸਾਨੂੰ ਧੱਕਾ ਨਹੀਂ ਕਰਨਾ ਚਾਹੀਦਾ ਕਿ ਅਸੀਂ ਇੰਨੀਆਂ ਬਹਿਰਾਂ ਦੇ ਵਿੱਚ ਲਿਖਣਾ। ਇਹ ਮੈਂ ਕੀ ਕੀਤਾ ਸੀ ਕਿ ਅਭਿਆਸ ਵਾਸਤੇ ਜਾਂ ਇਹ ਸਾਬਤ ਕਰਨ ਲਈ ਕਿ ਛੰਦਾਂ ਤੇ ਬਹਿਰਾਂ ਦੇ ਵਿੱਚ ਸਮਾਨਤਾ ਹੈ, ਔਰ ਅਸੀਂ ਛੰਦਾਂ ਵਿੱਚ ਵੀ ਗਜ਼ਲ ਲਿਖ ਸਕਦੇ ਹਾਂ, ਬਹਿਰਾਂ ਵਿੱਚ ਵੀ ਗਜ਼ਲ ਲਿਖ ਸਕਦੇ ਹਾਂ। ਇਹ ਜ਼ਰੂਰੀ ਨਹੀਂ ਕਿ ਸਾਨੂੰ ਅਰੂਜ ਹੀ ਆਉਣਾ ਚਾਹੀਦਾ, ਨਾ ਵੀ ਆਉਂਦਾ ਹੋਵੇ ਅਰੂਜ। ਮੈਂ ਸਿਰਫ ਮਾਤਰਕ ਵੀ ਲਿਖੀ ਆ, ਵਰਣਕ ਵੀ ਲਿਖੀ ਆ, ਛੰਦ ਜਿਹੜੇ ਆ ਉਹਦੇ ਵਿੱਚ ਵੀ ਗਜ਼ਲ ਲਿਖੀ ਆ। ਜ਼ਰੂਰੀ ਨਹੀਂ ਕਿ ਤੁਹਾਨੂੰ ਇਹ ਜਿਹਾਫ ਆਉਣੇ ਚਾਹੀਦੇ, ਤੁਹਾਨੂੰ ਮੁਤਹਰਕ ਸਾਕਿਨ ਦਾ ਪਤਾ। ਮੁਤਹਰਕ ਸਾਕਿਨ ਆਟੋਮੈਟਿਕ ਬੋਲੇ ਜਾਂਦੇ ਆ, ਆਟੋਮੈਟਿਕ ਆ ਜਾਂਦੇ ਆ। ਇਹ ਕੁਦਰਤੀ ਆ ਕਿ ਕੋਈ ਵੀ ਸ਼ਬਦ ਜਿਹੜਾ, ਕੋਈ ਵੀ ਸ਼ਬਦ ਪੰਜਾਬੀ ਦਾ, ਉਰਦੂ ਦਾ, ਅਰਬੀ ਦਾ, ਫਾਰਸੀ ਦਾ ਕੋਈ ਵੀ ਸ਼ਬਦ ਤੁਸੀਂ ਬੋਲਦੇ ਹੋ, ਪਹਿਲਾ ਮੁਤਹਰਕ ਆ, ਜਿੱਥੋਂ ਸ਼ੁਰੂ ਹੁੰਦਾ ਪਹਿਲਾ ਸ਼ਬਦ ਮੁਤਹਰਕ ਆ। ਦੂਸਰੇ ਤੇ ਆ ਕੇ ਰੌਲਾ ਪੈ ਜਾਂਦਾ ਕਿ ਸਾਕਿਨ ਆ ਜਾਂ ਮੁਤਹਰਕ ਹੈ। ਠੀਕ ਹੈ। ਤੀਸਰੇ ਤੇ ਉਹ ਜੇ ਤੁਹਾਡੇ ਕੋਲ ਦੂਸਰਾ ਮੁਤਹਰਕ ਆ ਗਿਆ ਤਾਂ ਬਹੁਤ ਘੱਟ ਚਾਂਸ ਹੈ ਕਿ ਤੀਸਰਾ ਮੁਤਹਰਕ ਹੋਊਗਾ, ਤੇ ਚੌਥਾ ਤਾਂ ਆਟੋਮੈਟਿਕ ਫਿਰ ਸਾਕਿਨ ਹੋਣਾ ਹੀ। ਇਹ ਲੰਬੇ ਚੌੜੇ ਜਿਹੜੇ ਐਵੇਂ ਖਿਲਾਰੇ ਪਾਏ ਆ, ਇਹਨੂੰ ਬਹੁਤ ਆਸਾਨ ਤਰੀਕੇ ਨਾਲ ਸਮਝਾਇਆ ਜਾ ਸਕਦਾ। ਜੇ ਕਿਤੇ ਟਾਈਮ ਲੱਗਿਆ ਤਾਂ ਮੈਂ ਸੋਚਦਾ ਕਿ ਮੈਂ ਇਹਦੇ ਥੋੜ੍ਹੇ ਵਿੱਚ ਬਣਾਵਾਂਗਾ ਵੀਡੀਓ ਬਣਾ ਕੇ, ਤੇ ਆਸਾਨੀ ਦੇ ਨਾਲ ਸਮਝਾਉਣ ਦੀ ਕੋਸ਼ਿਸ਼। ਲੰਬੇ ਚੌੜੇ ਚੱਕਰ 'ਚ ਪੈਣ ਦੀ ਲੋੜ ਨਹੀਂ ਹੈਗੀ। ਤੇ ਬਹਿਰਾਂ ਸਿਰਫ ਇਹੀ ਆ ਕਿ ਮੈਂ ਜੋ ਬੋਲ ਰਿਹਾ ਇਹ ਮੈਂ ਹੁਣ ਫੇਲਨ ਦੇ ਵਿੱਚ ਬੋਲ ਦਿੱਤਾ ਆ, ਇਹ ਵੀ ਬਹਿਰ 'ਚ ਹੀ ਆ। ਕੋਈ ਐਡੀ ਵੱਡੀ ਗੱਲ ਨਹੀਂ। ਜੋ ਅਸੀਂ ਬੋਲਦੇ ਹਾਂ, ਜੇ ਉਹ ਲੈ ਦੇ ਵਿੱਚ ਨਿਕਲ ਰਿਹਾ, ਜੇ ਉਹ ਗਾਇਆ ਜਾ ਸਕਦਾ ਆ, ਗਾਈ ਜਾਣ ਵਾਲੀ ਚੀਜ਼ ਜਿਹੜੀ ਆ ਉਹ ਛੰਦ 'ਚ, ਬਹਿਰ 'ਚ ਕਿਤੇ ਨਾ ਕਿਤੇ ਤੁਹਾਨੂੰ ਮਿਲ ਹੀ ਜਾਏਗੀ, ਬੇਬਹਿਰੀ ਨਹੀਂ ਹੋ ਸਕਦੀ। ਜੇ ਉਹ ਗਾਈ ਜਾ ਸਕਦੀ ਬਿਨਾਂ ਅੜਿੱਕੇ ਦੇ, ਬਿਨਾਂ ਅੜਿਆ, ਤੇ ਇਸ ਲਈ ਲੰਬੇ ਚੌੜੇ ਚੱਕਰ 'ਚ ਪੈਣ ਦੀ ਲੋੜ ਨਹੀਂ। ਜਿਹਾਫਾਂ ਵਾਲੇ 'ਚ ਹਾਂ ਪੜ੍ਹੋ। ਜੇ ਤੁਸੀਂ ਅਰੂਜੀਏ ਬਣਨਾ ਤਾਂ ਤੁਹਾਨੂੰ ਉਹ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ, ਲੇਕਿਨ ਇੱਕ ਸ਼ਾਇਰ ਲਈ ਸਿਰਫ ਇੰਨਾ ਪਤਾ ਹੋਣਾ ਚਾਹੀਦਾ ਕਿ ਲਘੂ ਕੀ ਆ ਤੇ ਗੁਰੂ ਕੀ ਆ। ਦੇਖੋ, ਬਾਕੀ ਗੱਲ ਰਹੀ ਸਾਹਿਤ ਦੀ, ਸਾਹਿਤ ਰਚਨਾ ਦੀ, ਜਾਂ ਆਉਣ ਵਾਲੇ ਜਿਹੜੇ ਸਾਡੇ ਨਵੇਂ ਲੇਖਕ ਆ ਬਹੁਤ ਵਧੀਆ ਲਿਖ ਰਹੇ ਨੇ, ਬਹੁਤ ਉਮੀਦਾਂ ਆ ਮੈਨੂੰ। ਬਸ ਇਹ ਹੈ ਕਿ ਸਿਰਫ ਲੇਖਕ ਦੇ ਤੌਰ 'ਤੇ ਔਰ ਅੱਛੇ ਸਾਹਿਤਕਾਰ ਦੇ ਤੌਰ 'ਤੇ ਵਿਚਰਨ। ਅਤੇ ਪਾਠਕਾਂ ਲਈ ਤਾਂ ਇਹੀ ਹੈ ਕਿ ਉਹ ਭ੍ਰਮਿਤ ਨਾ ਹੋਣ, ਵੱਡੇ ਨਾਮਾਂ ਦੇ ਚੱਕਰ ਦੇ ਵਿੱਚ ਭ੍ਰਮਿਤ ਨਾ ਹੋਣ, ਵੱਡਾ ਸਾਹਿਤ ਪੜ੍ਹਨ ਦੇ ਚੱਕਰ 'ਚ ਪੈਣ। ਵੱਡਾ ਸਾਹਿਤ ਪੜ੍ਹਨ ਜ਼ਰੂਰੀ ਨਹੀਂ ਕਿ ਕਿਸੇ ਦਾ ਵੀ ਲਿਖਿਆ ਹੋ ਸਕਦਾ, ਉਹ ਵੱਡੇ ਨਾਮ ਜ਼ਰੂਰੀ ਨਹੀਂ ਹੈਗੇ। ਵਧੀਆ ਸਾਹਿਤ ਪੜ੍ਹਿਆ ਜਾਵੇ ਔਰ ਐਪਰੀਸ਼ੀਏਟ ਕੀਤਾ ਜਾਵੇ, ਉਤਸ਼ਾਹਿਤ ਕਰੋ ਨਵੇਂ ਲਿਖਣ ਵਾਲਿਆਂ ਨੂੰ। ਜਦ ਤੁਹਾਨੂੰ ਕਿਸੇ ਦਾ ਵੀ ਚੰਗਾ ਲੱਗਦਾ, ਪੜ੍ਹ ਕੇ ਤੁਸੀਂ ਉਹਦੇ ਬਾਰੇ ਗੱਲ ਕਰੋ, ਉਹਦੇ ਬਾਰੇ ਵਿਚਾਰ ਚਰਚਾ ਕਰੋ, ਤਾਂ ਜੋ ਜੇ ਅੱਛਾ ਸਾਹਿਤ ਆ ਉਹ ਹੋਰ ਅੱਗੇ ਤੱਕ ਜਾਵੇ, ਉਹ ਸਿਰਫ ਤੁਹਾਡੇ ਤੱਕ ਹੀ ਸੀਮਿਤ ਨਾ ਰਹਿ ਜਾਵੇ। ਅਤੇ ਨਵੇਂ ਲਿਖਣ ਵਾਲੇ ਤਾਂ ਬਹੁਤ ਸਾਰੇ ਨੇ, ਵਧੀਆ ਲਿਖ ਰਹੇ ਨੇ। ਬਸ ਇਹਨਾਂ ਚੀਜ਼ਾਂ ਤੋਂ ਹੀ ਬਚਣ ਦੀ ਲੋੜ ਆ ਕਿ ਚੰਗੇ ਸਾਹਿਤਕਾਰ ਹੋ ਕੇ ਵਿਚਰਨਾ। ਜਿਹੜੀ ਮੈਂ ਮਾਨਸਿਕਤਾ ਦੀ ਪਹਿਲਾਂ ਗੱਲ ਕਰ ਚੁੱਕਾ, ਉਸ ਮਾਨਸਿਕਤਾ ਤੋਂ ਦੂਰੀ ਬਣਾ ਕੇ ਰੱਖਣੀ ਹੈ। ਉਹ ਤੁਹਾਡੀ ਭਲਾਈ ਆ, ਸਾਹਿਤ ਦੀ ਭਲਾਈ ਆ, ਤੁਹਾਡੇ ਪਾਠਕਾਂ ਦੀ ਭਲਾਈ ਆ, ਤੁਹਾਡੇ ਸਮਾਜ ਦੀ ਭਲਾਈ ਹੈ।